ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। 15 ਮਈ 2023 ਸੁਪਰੀਮ ਕੋਰਟ ਆਫ ਇੰਡੀਆ ਇੱਕ ਆਰਡਰ ਪਾਸ ਕਰਦਾ ਕਿ ਜੋ ਦਿੱਲੀ ਸਾਡੀ ਯੂਨੀਅਨ ਟੈਰੀਟਰੀ ਹੈ, ਕੈਪੀਟਲ ਹੈ ਭਾਰਤ ਦੀ, ਉਹਦੇ ਵਿੱਚ ਜਿਹੜੇ IAS ਆਫਿਸਰਸ ਨੇ ਜਾਂ ਐਡਮਿਨਿਸਟ੍ਰੇਟਿਵ ਜੌਬਸ ਦੇ ਵਿੱਚ ਜਿੰਨੇ ਵੀ ਆਫਿਸਰਸ ਨੇ, ਉਹਨਾਂ ਦੀਆਂ ਜਿਹੜੀਆਂ ਟ੍ਰਾਂਸਫਰਸ ਨੇ, ਉਹਨਾਂ ਦੇ ਲਈ ਜਿੰਨੇ ਵੀ ਜ਼ਰੂਰੀ ਹਿਦਾਇਤਾਂ ਨੇ, ਉਹ ਉੱਥੋਂ ਦੀ ਚੁਣੀ ਹੋਈ ਸਰਕਾਰ ਯਾਨੀ ਕਿ ਕੇਜਰੀਵਾਲ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨਿਰਧਾਰਿਤ ਕਰੇਗੀ। ਜੋ ਦਿੱਲੀ ਦੇ ਵਿੱਚ ਸਰਕਾਰ ਮੌਜੂਦ ਹੈ ਉਹਦੇ ਵਿੱਚ ਕੇਂਦਰ ਸਰਕਾਰ ਦਾ ਦਖਲ ਨਹੀਂ ਹੋਏਗਾ। ਪਰ ਕੇਂਦਰ ਸਰਕਾਰ ਇਸ ਗੱਲ 'ਤੇ ਆਪਣੇ ਵਿਚਾਰ ਦੇ ਰਹੀ ਹੈ ਕਿ ਜੋ ਲੈਫਟੀਨੈਂਟ ਗਵਰਨਰ ਨੇ, LG ਨੇ, ਉਹਨਾਂ ਦੇ ਥਰੂ ਹੀ ਇਹ ਸਾਰੀਆਂ ਪਾਵਰਸ ਦਾ, ਇਹਨਾਂ ਸਾਰੀਆਂ ਸ਼ਰਤਾਂ ਦਾ ਐਕਸਰਸਾਈਜ਼ ਕੀਤੀ ਜਾਏਗੀ ਕਿ ਇਹ ਸਾਰੇ ਅਧਿਕਾਰ ਰਹਿਣਗੇ ਲੈਫਟੀਨੈਂਟ ਗਵਰਨਰ ਕੋਲ। ਹੁਣ ਇਹ ਚੀਜ਼ ਮੇਨ ਜੋ ਟਸਲ ਦਾ ਕਾਰਨ ਬਣੀ ਹੋਈ ਹੈ। ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਵੀ ਜਾ ਰਹੀ ਹੈ, ਕੇਂਦਰ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਸਰਕਾਰ ਵੀ ਜਾ ਰਹੀ ਹੈ। ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਹੈ ਕਿ ਜੋ ਸੰਵਿਧਾਨ ਦੇ ਮੁਤਾबिक ਸੁਪਰੀਮ ਕੋਰਟ ਆਫ ਇੰਡੀਆ ਦਾ ਆਰਡਰ ਹੈ ਬਿਲਕੁਲ ਸਹੀ ਹੈ। ਪਰ ਕੇਂਦਰ ਸਰਕਾਰ ਕਹਿ ਰਹੀ ਹੈ ਕਿਉਂਕਿ ਇਹ ਯੂਨੀਅਨ ਟੈਰੀਟਰੀ ਹੈ ਦਿੱਲੀ, ਇਸ ਕਰਕੇ ਇਹਦੇ ਵਿੱਚ ਕੇਂਦਰ ਦਾ ਦਖਲ ਹੋਣਾ ਚਾਹੀਦਾ ਹੈ, ਲੈਫਟੀਨੈਂਟ ਗਵਰਨਰ LG ਦਾ ਦਖਲ ਹੋਣਾ ਚਾਹੀਦਾ ਹੈ, ਸਾਡੇ ਹੱਥ 'ਚ ਸਾਰੀ ਪਾਵਰ ਹੋਣੀ ਚਾਹੀਦੀ ਹੈ। ਔਰ ਇਸ ਚੀਜ਼ ਨੂੰ ਲੈ ਕੇ ਹੁਣ ਆਰਟੀਕਲ 123 ਜੋ ਕਨਸਟੀਟਿਊਸ਼ਨ ਆਫ ਇੰਡੀਆ ਦਾ ਹੈ, ਜਿਹਦੇ ਮੁਤਾबिक ਪ੍ਰੈਜ਼ੀਡੈਂਟ ਆਫ ਇੰਡੀਆ ਆਪਣੀਆਂ ਸਪੈਸ਼ਲ ਪਾਵਰਸ ਦਾ ਇਸਤੇਮਾਲ ਕਰ ਸਕਦੇ ਨੇ, ਕਿਉਂਕਿ ਜਦੋਂ ਦੋਨੋਂ ਸੈਸ਼ਨ ਲੋਕ ਸਭਾ ਤੇ ਰਾਜ ਸਭਾ ਹੁਣ ਸੈਸ਼ਨ ਦੇ ਵਿੱਚ ਨਹੀਂ ਹੈਗੀਆਂ ਦੋਨੋਂ ਪਾਰਲੀਮੈਂਟਸ, ਤਾਂ ਇਹ ਸਪੈਸ਼ਲ ਅਧਿਕਾਰ ਮਿਲਦਾ ਹੈ ਕਨਸਟੀਟਿਊਸ਼ਨ ਦੇ ਮੁਤਾबिक ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਿ ਉਹ ਆਪਣੀਆਂ ਪਾਵਰਸ ਨੂੰ ਐਕਸਰਸਾਈਜ਼ ਕਰਕੇ ਇਹ ਬਿੱਲ ਪਾਸ ਕਰ ਸਕਦੇ ਨੇ। ਕਿਉਂਕਿ ਇਹ ਬਿੱਲ ਪਾਸ ਹੋਏਗਾ ਰਾਜ ਸਭਾ ਦੇ ਵਿੱਚ, ਤੇ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਹੈਗੀ BJP ਕੋਲ, ਲੋਕ ਸਭਾ ਦੇ ਵਿੱਚ ਹੈ। ਪਰ ਜੇ ਅਪੋਜ਼ ਹੁੰਦੀ ਹੈ ਇਸ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ, ਤਾਂ ਉਹ ਆਪਣੇ ਆਪ ਨਹੀਂ ਜਿੱਤ ਸਕਦੀ ਉਦੋਂ ਤੱਕ ਜਦੋਂ ਤੱਕ ਕਾਂਗਰਸ ਉਹਨੂੰ ਸਪੋਰਟ ਨਹੀਂ ਕਰੇਗੀ, ਔਰ ਉਹਦੇ ਚਾਂਸਸ ਵੀ ਨਹੀਂ ਲੱਗਦੇ। ਸੋ ਇਹ ਬਿੱਲ ਦਾ ਕੀ ਬਣੇਗਾ ਕਿ ਜੇ ਇੱਕ ਵਾਰੀ ਪ੍ਰੈਜ਼ੀਡੈਂਟ ਆਫ ਇੰਡੀਆ ਆਪਣੀ ਪਾਵਰਸ ਦਾ ਇਸਤੇਮਾਲ ਕਰਕੇ ਇਸ ਬਿੱਲ ਨੂੰ ਪਾਸ ਕਰ ਵੀ ਦਿੰਦੇ ਨੇ, ਤਾਂ ਵੀ 6 ਮਹੀਨੇ ਦੇ ਅੰਦਰ ਅੰਦਰ ਇਸ ਬਿੱਲ ਨੂੰ ਰਾਜ ਸਭਾ ਦੇ ਵਿੱਚ ਬਹੁਮਤ ਮਿਲਣਾ ਚਾਹੀਦਾ, ਪਾਸ ਹੋਣਾ ਚਾਹੀਦਾ, ਤਾਂ ਹੀ ਇਹ ਐਗਜ਼ਿਸਟ ਕਰੇਗਾ, ਨਹੀਂ ਤੇ ਆਟੋਮੈਟਿਕਲੀ ਕੈਂਸਲ ਹੋ ਜਾਂਦਾ ਹੈ। ਸੋ ਇਹ ਇੱਕ ਸਿਚੁਏਸ਼ਨ ਬਣੀ ਹੋਈ ਹੈ ਔਰ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਕਿਉਂਕਿ ਇਹ ਸੁਪਰੀਮ ਕੋਰਟ ਦਾ ਆਰਡਰ ਹੈ, ਪਰ ਕੇਂਦਰ ਸਰਕਾਰ ਨੇ ਟਾਈਮਿੰਗ ਕਿਹੜੀ ਚੁਣੀ ਹੈ ਜਦੋਂ ਸੁਪਰੀਮ ਕੋਰਟ 6 ਹਫ਼ਤਿਆਂ ਦੀ ਛੁੱਟੀ ਤੇ ਚਲੀ ਗਈ? ਪਹਿਲਾਂ ਕਿਉਂ ਨਹੀਂ ਇਸ ਬਿੱਲ ਨੂੰ ਲੈ ਕੇ ਉਹ ਸਰਗਰਮ ਹੋਏ? ਇਸ ਵਕਤ ਕਿਉਂ? ਤਾਂ ਇਹ ਛੁਪ ਕੇ ਗੱਲ ਹੋ ਰਹੀ ਹੈ, ਸੁਪਰੀਮ ਕੋਰਟ ਦੇ ਸਾਹਮਣੇ ਗੱਲ ਨਹੀਂ ਹੋ ਰਹੀ, ਕਿਉਂਕਿ ਸੁਪਰੀਮ ਕੋਰਟ ਇਸ ਵੇਲੇ ਛੁੱਟੀ ਦੇ ਹੋਣ ਕਰਕੇ ਸਿੱਧਾ ਦਖਲ ਨਹੀਂ ਦੇ ਪਾ ਰਿਹਾ। ਸੋ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਹੈ। ਇਹ ਹਾਲਾਤ ਕਿੱਧਰ ਜਾਂਦੇ ਨੇ ਔਰ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਸਾਡੀ ਡੈਮੋਕ੍ਰੇਸੀ ਕਿੱਥੇ ਸਟੈਂਡ ਕਰਦੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸਾਡੇ ਪੋਲੀਟੀਕਲ ਐਨਾਲਿਸਟ ਸੇਖੋਂ ਸਾਹਿਬ। ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਚਰਚਾ ਦੇ ਵਿੱਚ ਸੇਖੋਂ ਸਾਹਿਬ। ਸ਼ੁਕਰੀਆ ਜੀ, ਥੈਂਕ ਯੂ। ਸੋ ਜਗਰੂਪ ਸੇਖੋਂ ਜੀ ਬਹੁਤ ਦੇਰ ਤੋਂ ਪੋਲੀਟੀਕਲ ਸਾਇੰਸ ਦੇ ਟੀਚਰ ਵੀ ਰਹੇ ਨੇ, ਪ੍ਰੋਫੈਸਰ ਰਹੇ ਨੇ, ਔਰ ਸਟੂਡੈਂਟਸ ਦੇ ਨਾਲ ਕਰੰਟ ਅਫੇਅਰਸ ਦੇ ਉੱਤੇ ਖਾਸ ਕਰਕੇ ਉਹਨਾਂ ਦਾ ਜੋ ਵਾਰਤਾਲਾਪ ਹੁੰਦਾ ਰਹਿੰਦਾ ਹੈ, ਜੋ ਸਾਰੀ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ ਨੇ, ਉਹ ਅੱਜ ਸਾਡੇ ਕੰਮ ਆਉਣ ਵਾਲੀਆਂ ਨੇ, ਕਿਉਂਕਿ ਇੱਕ ਆਡੀਅנס ਨੂੰ ਬਿਲਕੁਲ ਸਟੂਡੈਂਟਸ ਪੁਆਇੰਟ ਆਫ ਵਿਊ ਤੋਂ ਸਮਝਾਣਗੇ ਕਿ ਇਹ ਸਮੱਸਿਆ ਕੀ ਹੈ ਔਰ ਉਹਦਾ ਹੱਲ ਕੀ ਹੈ। ਸੇਖੋਂ ਸਾਹਿਬ, ਇਸ ਵਕਤ ਜੋ ਕਨਸਟੀਟਿਊਸ਼ਨ ਦੇ ਮੁਤਾबिक ਸਟੇਟਸ ਹੈ ਪੂਰੇ ਭਾਰਤ ਦੇ ਵਿੱਚ ਯੂਨੀਅਨ ਟੈਰੀਟਰੀਜ਼ ਦਾ, क्या सब जगह LG को ही पावर हैगी आ इन्ना सारियां ट्रांसफर्स ਨੂੰ ਲੈ ਕੇ ਜੋ ਵੀ ਹਿਦਾਇਤਾਂ ਨੇ ਲੈ ਕੇ ਐਡਮਿਨਿਸਟ੍ਰੇਟਿਵ ਜੌਬਸ ਦੇ ਲਈ? ਸੇਖੋਂ ਸਾਹਿਬ, ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸੰਵਿਧਾਨਕ ਢਾਂਚਾ ਹੈਗਾ ਵਾ, ਉਹ ਢਾਂਚੇ ਦੇ ਵਿੱਚ ਹੀ ਜਿਹੜਾ ਸੈਂਟਰ ਗਵਰਨਮੈਂਟ ਦੇ ਕੋਲ ਓਵਰਰਾਈਡਿੰਗ ਪਾਵਰਸ ਹੈਗੀਆਂ ਜੀ। ਤੌਰ ਤੇ ਸੀਗਾ ਕਿ ਜਦੋਂ ਸੰਵਿਧਾਨ ਬਣਿਆ ਸੀਗਾ, ਉਹਦੀਆਂ 3 ਸੂਚੀਆਂ ਬਣੀਆਂ ਸੀਗੀਆਂ। ਇੱਕ ਸੂਚੀ ਸੀ ਸਟੇਟ ਲਿਸਟ ਸੀਗੀ ਕਿ ਸਟੇਟਾਂ ਨੂੰ ਅਧਿਕਾਰ ਦਿੱਤੇ ਜਾਣਗੇ, ਉਹਦੇ ਵਿੱਚ ਕਲੌਜ਼ ਹੈਗੀ ਯੂਨੀਅਨ ਟੈਰੀਟਰੀ। ਯੂਨੀਅਨ ਟੈਰੀਟਰੀ ਬੇਸਿਕਲੀ ਸਿੱਧੇ ਤੌਰ ਦੇ ਉੱਤੇ ਉਹ ਜਿਹੜੀ ਹੁੰਦੀ ਆ ਉਹ ਸੈਂਟਰ ਗਵਰਨਮੈਂਟ ਦੇ ਅਧੀਨ ਆਉਂਦੀ ਆ, ਪਰ 2 UT ਸਾਡੀਆਂ ਹੈਗੀਆਂ ਉਹਨਾਂ ਨੂੰ ਚਲਾਉਣ ਵਾਸਤੇ ਉੱਥੇ ਉਹਨਾਂ ਦੀ ਅਸੈਂਬਲੀ ਹੈਗੀ ਆ, ਜਿੱਦਾਂ ਆਪਾਂ ਦੇਖਿਆ ਕਿ ਦਿੱਲੀ ਦੇ ਵਿੱਚ ਆ ਜਾਂ ਪੁਡੂਚੇਰੀ ਦੇ ਵਿੱਚ ਹੈਗਾ। ਦੂਸਰੀ ਲਿਸਟ ਹੈਗੀ ਆ ਇਹ ਜਿਹੜੀ ਉਹਨੂੰ ਸੈਂਟਰਲ ਲਿਸਟ ਕਹਿੰਦੇ ਆ, ਕੇਂਦਰ ਸਰਕਾਰ ਦੀ ਜਿਹੜੀ ਹੈਗੀ ਆ ਉੱਚ ਸ਼ਕਤੀਆਂ ਵਰਣ ਕੀਤੀਆਂ ਹੈ। ਤੀਸਰੀ ਹੈਗੀ ਕਨਕਰੈਂਟ ਲਿਸਟ। ਕਨਕਰੈਂਟ ਲਿਸਟ ਉਹਦੀ ਸਮਵਰਤੀ ਸੂਚੀ, ਜਿੱਥੇ ਸੈਂਟਰ ਤੇ ਸਟੇਟ ਦੋਵੇਂ ਜਿਹੜੇ ਹੈਗੇ ਆ ਉਹ ਕਾਨੂੰਨ ਬਣਾ ਸਕਦੇ ਆ। ਜੇ ਉਹ ਕਾਨੂੰਨ ਦੇ ਵਿੱਚ ਕਿਤੇ ਟਕਰਾਅ ਆਉਂਦਾ ਵਾ ਤੇ ਸੈਂਟਰ ਵਾਲਾ ਕਾਨੂੰਨ ਜਿਹੜਾ ਹੈਗਾ ਵਾ ਉਹੀ ਉਹਦੇ ਵਿੱਚ ਜਿਹੜਾ ਉਹਦੀ ਵੈਧਤਾ ਜਿਹੜੀ ਉਹ ਮੰਨੀ ਜਾਊਗੀ। ਬਚੀਆਂ ਹੋਈਆਂ ਸ਼ਕਤੀਆਂ ਸਾਰੀਆਂ ਉਹ ਜਿਹੜੀਆਂ ਸੀ ਉਹ ਸੈਂਟਰਲ ਪੂਲ ਦੇ ਵਿੱਚ ਪਾਤੀਆਂ ਸੀਗੀਆਂ ਜੀ। ਇਸ ਕਰਕੇ ਜੇ ਅਸੀਂ ਸੰਵਿਧਾਨਕ ਢਾਂਚੇ ਨੂੰ ਦੇਖਣਾ ਹੈਗਾ ਕਿ ਸਾਡਾ ਸੰਵਿਧਾਨਕ ਢਾਂਚੇ ਦੇ ਵਿੱਚ ਵੀ ਜਿਹੜੇ ਰਾਜ ਹੈਗੇ ਆ
ਉਹ ਵੀ ਤੇ ਖਾਸ ਕਰਕੇ ਜਿਹੜੀ ਯੂਨੀਅਨ ਟੈਰੀਟਰੀਜ਼ ਹੈ ਇਹ ਕੇਂਦਰ ਸਰਕਾਰ ਦੀ ਮਰਜ਼ੀ ਦੇ ਉੱਪਰ ਹੀ ਹੈ। ਇਹ ਖਾਸ ਕਰਕੇ ਆਪਾਂ ਦਿੱਲੀ ਦੀ ਗੱਲ ਕਰ ਰਹੇ ਹਾਂ। ਦਿੱਲੀ ਦੇ ਵਿੱਚ ਤੁਸੀਂ ਦੇਖੋ ਕਿ 91 ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਵਿੱਚ ਐਕਟ ਬਣਿਆ ਸੀਗਾ, ਅਮੈਂਡਮੈਂਟ ਹੋਈ ਸੀ ਉਹਦੇ ਵਿੱਚ ਇੱਕ ਦਿੱਲੀ ਦੀ ਜਿਹੜੀ ਯੂਨੀਅਨ ਟੈਰੀਟਰੀ ਦੇ ਵਿੱਚ ਇਹ ਸਰਕਾਰ ਜਿਹੜੀ ਹੈਗੀ ਸੀ ਕ੍ਰੀਏਟ ਕੀਤੀ ਗਈ ਸੀਗੀ। ਔਰ ਪਹਿਲੀ ਜਿਹੜੀ ਸਰਕਾਰ ਬਣੀ ਸੀ 1993 ਦੇ ਵਿੱਚ ਉਹ ਬੀਜੇਪੀ ਦੀ ਬਣੀ ਸੀ। ਔਰ 5 ਸਾਲ ਕਿਉਂਕਿ ਉਹ ਸਟੇਬਿਲਿਟੀ ਨਹੀਂ ਸੀ, 5 ਸਾਲਾਂ ਦੇ ਵਿੱਚ ਬੀਜੇਪੀ ਨੇ 3 ਮੁੱਖ ਮੰਤਰੀ ਬਦਲੇ ਸੀਗੇ। ਉਹਦੇ ਵਿੱਚ ਸਾਹਿਬ ਸਿੰਘ ਵਰਮਾ ਸੀਗੇ, ਉਹਦੇ ਵਿੱਚ ਮਦਨ ਲਾਲ ਖੁਰਾਣਾ ਜੀ ਸੀਗੇ, ਉਹਦੇ ਵਿੱਚ ਸੁਸ਼ਮਾ ਸਵਰਾਜ ਵੀ ਥੋੜੇ ਸਮੇਂ ਵਾਸਤੇ ਰਹੇ ਸੀਗੇ। ਉਸ ਸਮੇਂ ਦੇ ਵਿੱਚ ਜ਼ਿਆਦਾਤਰ ਜਿਹੜੀ ਸਰਕਾਰ ਹੈਗੀ ਸੀਗੀ ਉਹ ਨੌਨ ਬੀਜੇਪੀ ਦੀ ਸੀ। ਪਹਿਲਾਂ ਹੈਗੇ ਸੀ ਆਪਣਾ ਪੀਵੀ ਨਰਸਿਮਹਾ ਰਾਓ ਸੀਗੇ, ਫਿਰ ਉਸ ਤੋਂ ਬਾਅਦ ਜਿਹੜੇ ਸੀਗੇ ਉਹ ਦੇਵਾ ਗੌੜਾ ਜੀ ਬਣ ਗਏ, ਇੰਦਰ ਕੁਮਾਰ ਗੁਜਰਾਲ ਜੀ ਬਣ ਗਏ, ਤੇ ਬਾਅਦ ਦੇ ਵਿੱਚ ਜਦੋਂ 98 ਤੋਂ ਬਾਅਦ ਜਿਹੜੀ ਹੈਗੀ ਸੀ ਉਹ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਗਈ। ਪਰ 15 ਸਾਲ ਜਿਹੜੀ ਆ ਉਹ ਸ਼ੀਲਾ ਦੀਕਸ਼ਿਤ ਦੀ ਜਿਹੜੀ ਹੈਗੇ ਆ ਉਹ 1998 ਦੇ ਵਿੱਚ, 2003 ਦੇ ਵਿੱਚ, 2008 ਦੇ ਵਿੱਚ ਤੱਕ ਜਿਹੜੇ ਉਹ ਜਿੱਤਦੇ ਰਹੇ। 13 ਤੱਕ ਉਹ ਰਹੇ ਆ। ਅਸਲ ਦੇ ਵਿੱਚ 13 ਜਦੋਂ ਇਹ ਆਮ ਆਦਮੀ ਪਾਰਟੀ ਆਈ ਆ ਤੇ ਉਸ ਤੋਂ ਬਾਅਦ 14 ਦੇ ਵਿੱਚ ਹੀ ਉੱਥੇ ਜਿਹੜੀ ਆ ਦਿੱਲੀ ਦੇ ਵਿੱਚ ਜਿਹੜੀ ਆ ਉਹ ਬੀਜੇਪੀ ਦੀ ਜਿਹੜੀ ਸਰਕਾਰ ਆ ਗਈ ਆ। ਤਾਂ ਉਸ ਤੋਂ ਬਾਅਦ ਹੀ ਇਹ ਜਿਹੜਾ ਮਸਲਾ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਹੁਣ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਵਾ, ਇਹਦੇ ਜਿਹੜਾ ਕੇਸ ਸੀਗਾ ਜਾਂ ਇਹਦੇ ਜਿਹੜੀ ਕਨਫਰੰਟੇਸ਼ਨ ਸੀ ਉਹ 2015 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਬਹੁਤ ਵੱਡੀ ਮੈਜੋਰਟੀ 67 ਸੀਟਾਂ ਲੈ ਕੇ ਜਿੱਤ ਕੇ ਉਹਦੇ ਵਿੱਚ ਆਈ ਆ ਤੇ ਇਹ ਕੋਰਟ ਦੇ ਵਿੱਚ ਚਲੇ ਗਏ। ਗੱਲ ਇਹ ਹੈਗੀ ਆ ਜੀ ਆਪਣੇ ਦੀਪ ਜੀ ਕਿ ਸੰਵਿਧਾਨ ਇੱਕ ਪਾਸੇ ਆ, ਸੰਵਿਧਾਨ ਤੋਂ ਅੱਗੇ ਜਾ ਕੇ ਜਿਹੜਾ ਖਾਸ ਕਰਕੇ ਜਿਹੜਾ ਰੂਲ ਹੈ, ਰਜੀਮ ਹੈ ਐਡਮਿਨਿਸਟ੍ਰੇਸ਼ਨ ਦਾ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ। ਦਿੱਲੀ ਦੇ ਕੇਸ ਦੇ ਵਿੱਚ ਦੇਖਿਆ ਕਿ ਇਹ ਯੂਨੀਅਨ ਟੈਰੀਟਰੀ ਵੀ ਹੈਗੀ ਆ ਔਰ ਖਾਸ ਕਰਕੇ ਨੈਸ਼ਨਲ ਕੈਪੀਟਲ ਰੀਜਨ ਵੀ ਹੈਗਾ ਵਾ, ਜਿਹਦੇ ਵਿੱਚ ਲਾ ਐਂਡ ਆਰਡਰ ਦਾ ਮਸਲਾ ਜਿਹੜਾ ਹੈਗਾ ਵਾ ਜਾਂ ਜਿਹੜੀ ਉੱਥੇ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਸਿੱਧੇ ਤੌਰ ਤੇ ਜਿਹੜੀ ਹੈਗੀ ਆ ਉਹ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਆ। ਤੇ ਜਿਹੜੀ ਦਿੱਲੀ ਸਰਕਾਰ ਹੈਗੀ ਆ ਇਹਦੇ ਕੋਲ ਜਿਹੜੀਆਂ ਹੈਗੀਆਂ ਸਰਵਿਸਿਜ਼ ਹੈਗੀਆਂ ਕਿ ਲੋਕਾਂ ਨੂੰ ਤੁਸੀਂ ਕੀ ਸੇਵਾਵਾਂ ਦੇਣੀਆਂ ਹੈ। ਜੇ ਤਾਂ ਅਸੀਂ ਸੰਵਿਧਾਨ ਦੀ ਸਪਿਰਿਟ ਦੇ ਮੁਤਾਬਕ ਚੱਲਿਆ ਜਾਵੇ ਤੇ ਇਹਦੇ ਵਿੱਚ ਕੋਈ ਬਹੁਤੀ ਵੱਡੀ ਕਨਫਰੰਟਰੇਸ਼ਨ ਆਉਣ ਵਾਲੀ ਪੋਸੀਬਿਲਿਟੀ ਨਹੀਂ ਹੈ। ਪਰ ਇੱਥੇ ਦੋਵੇਂ ਪਾਸੇ ਤੁਸੀਂ ਦੇਖੋ ਕਿ ਕਲੈਸ਼ ਆਫ ਜਿਹੜਾ ਈਗੋਸ ਹੈਗਾ ਲੀਡਰਸ ਦਾ, ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਹੈਗੇ ਆ ਚਾਹੇ ਜਿਹੜੇ ਬੀਜੇਪੀ ਵਾਲੇ ਹੈਗੇ ਆ, ਕਿਤੇ ਵੀ ਇਹਨਾਂ ਦੇ ਵਿੱਚ ਉਸ ਕਿਸਮ ਦੀ ਜਿਹੜੀ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਚੱਲਣ ਦੀ ਰਾਦਰ ਇੱਕ ਦੂਜੇ ਨੂੰ ਠਿੱਬੀ ਲਾ ਕੇ ਇੱਕ ਦੂਜੇ ਨੂੰ ਨੀਵਾਂ ਵਿਖਾਲ ਕੇ ਗਾਂਹ ਲੰਘਣ ਦੀ ਜਿਹੜੀ ਦੌੜ ਦੇ ਵਿੱਚ ਆਣ ਕੇ ਅਲਟੀਮੇਟਲੀ ਸਫਰ ਜਿਹੜੇ ਹੈਗਾ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਵੀ ਕਰਦਾ ਵਾ, ਸਫਰ ਜਿਹੜਾ ਉੱਥੋਂ ਦਾ ਲੋਕ ਵੀ ਕਰਦੇ ਆ। ਇਹ ਗੱਲ ਠੀਕ ਹੈਗੀ ਆ ਕਿ ਜਿਹੜੀ ਯੂਨੀਅਨ ਟੈਰੀਟਰੀ ਹੁੰਦੀ ਆ ਉਹਦੇ ਵਿੱਚ ਉਹ ਜਿਹੜੇ ਚੁਣੀ ਹੋਈ ਸਰਕਾਰ ਵਾ ਉਹਦੇ ਕੋਲੋਂ ਇੰਨੇ ਜ਼ਿਆਦੀਆਂ ਜਿਹੜੀਆਂ ਜਿੱਦਾਂ ਹੈ ਦਿੱਲੀ ਦੇ ਵਿੱਚ ਉਹਨਾਂ ਕੋਲ ਕੀ ਆ, ਨਾ ਤਾਂ ਉਹਨਾਂ ਕੋਲ ਪੁਲਿਸ ਆ, ਨਾ ਉਹਨਾਂ ਕੋਲ ਲਾਅ ਐਂਡ ਆਰਡਰ ਆ, ਨਾ ਉਹਨਾਂ ਕੋਲ ਜ਼ਮੀਨ ਹੈਗੀ ਆ, ਸਰਵਿਸ ਜੀ ਹੀ ਉਹਦੇ ਵਿੱਚ ਹੈਗੀਆਂ। ਔਰ ਜਿਸ ਕਿਸਮ ਦਾ ਉਹ ਢਾਂਚਾ ਹੈਗਾ ਉਹਦੇ ਵਿੱਚੋਂ, ਜੇ ਤਾਂ ਇਹ ਜਿਹੜਾ ਹੈਗਾ ਰਲ ਮਿਲ ਕੇ ਚੱਲਣ ਜਾਂ ਸਹਿਮਤੀ ਨਾਲ ਚੱਲਣ ਤੇ ਇਹ ਜਿਹੜਾ ਸਾਰਾ ਖਾਸ ਕਰਕੇ ਜਿਹੜਾ ਪੰਗਾ ਹੈਗਾ ਵਾ ਜਾਂ ਜਿੱਦਾਂ ਸੁਪਰੀਮ ਕੋਰਟ ਨੂੰ ਲਿਆਂਦਾ ਗਿਆ, ਸੁਪਰੀਮ ਕੋਰਟ ਨੇ ਇੰਟਰਪ੍ਰੈਟ ਕਰ ਦਿੱਤਾ, ਪਾਰਲੀਮੈਂਟ ਨੂੰ ਫਿਰ ਰਾਈਟ ਹੈਗਾ ਕਿ ਜਿਹੜਾ ਸੈਂਟਰ ਸਟੇਟ ਦੇ ਵਿੱਚ ਜਾਂ ਸੈਂਟਰ ਯੂਨੀਅਨ ਟੈਰੀਟਰੀ ਦੇ ਵਿੱਚ ਜਿਹੜੇ ਸਬੰਧ ਹੈਗੇ ਆ ਉਹਨੂੰ ਰੀਸਟਰਕਚਰ ਕਰ ਸਕਦੇ ਆ, ਉਹਦੇ ਵਿੱਚ ਤਬਦੀਲੀ ਕਰ ਸਕਦੇ, ਇਹ ਰਾਈਟ ਪਾਰਲੀਮੈਂਟ ਦੇ ਕੋਲ ਹੈਗਾ ਵਾ। ਔਰ ਇਸੇ ਤਹਿਤ ਦੇ ਵਿੱਚ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਉਹਨੂੰ ਰਿਜ਼ੋਲਵ ਕੀਤਾ ਮਸਲਾ, ਉਸੇ ਵੇਲੇ ਉਹਨਾਂ ਨੇ ਆਰਡੀਨੈਂਸ ਲੈਣਤਾ, ਉਸੇ ਵੇਲੇ ਹੋ ਸਕਦਾ ਕਿ ਉਹ ਕੱਲ ਇਹਨੂੰ ਜਿਹੜਾ ਪਾਰਲੀਮੈਂਟ 'ਚੋਂ ਪਾਸ ਵੀ ਕਰਵਾ ਦੇਣ। ਜਿਹੜੇ ਨਿਯਮ ਹੈਗੇ ਆ ਜਾਂ ਖਾਸ ਕਰਕੇ ਜਿਹੜਾ ਕੰਟਰੋਲ ਹੈਗਾ ਵਾ ਯੂਨੀਅਨ ਗਵਰਨਮੈਂਟ ਦਾ ਦਿੱਲੀ ਦੇ ਵਿੱਚ ਬਹੁਤ ਸਾਰੇ ਗੱਲਾਂ ਦੇ ਬਹਾਨੇ ਲਾ ਕੇ ਉਹਨੂੰ ਹੋਰ ਜ਼ਿਆਦਾ ਉਹਦੀ ਜਿਹੜੀ ਉਹਨੂੰ ਇਨਕਰੋਚ ਕਰਨ ਔਰ ਉਹਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਜਿਹੜੀ ਦਿੱਲੀ ਸਰਕਾਰ ਆ ਉਹਨੂੰ ਇਸ ਪਾਸੇ। ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ ਜਦੋਂ ਚੁਣੀ ਹੋਈ ਸਰਕਾਰ ਵਾ ਉਹਦੀ ਜ਼ਿੰਮੇਵਾਰੀ ਤੈਅ ਹੁੰਦੀ ਆ ਆਪਣੇ ਲੋਕਾਂ ਨੂੰ। ਦਿੱਲੀ ਦੇ ਵਿੱਚ ਕਿਉਂਕਿ ਚੁਣੀ ਹੋਈ ਸਰਕਾਰ ਵਾ, ਕੇਜਰੀਵਾਲ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਹੈਗੇ ਆ, 2-3 ਇਲੈਕਸ਼ਨਾਂ ਉਹਨਾਂ ਨੇ ਜਿੱਤੀਆਂ ਵਾ, ਉਹ ਜ਼ਿੰਮੇਵਾਰ ਲੋਕਾਂ ਨੂੰ ਆ, ਖਾਸ ਕਰਕੇ ਸਰਵਿਸ ਦੇ ਪੁਆਇੰਟ ਆਫ ਵਿਊ ਦੇ ਉੱਤੋਂ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਿਛਲੀ ਵਾਰੀ ਜਿਹੜੀ ਹੈਗੀ ਸੀ ਬੀਜੇਪੀ ਮਿਊਨਿਸਪਲ ਕਾਰਪੋਰੇਸ਼ਨਾਂ ਵੀ ਹਾਰ ਗਈ। ਦਿੱਲੀ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਡੀਸੈਂਟਰਲਾਈਜੇਸ਼ਨ ਹੋ ਰਹੀ ਆ, ਇਹਨਾਂ ਨੇ 3 ਮਿਊਨਿਸਪਲ ਕਾਰਪੋਰੇਸ਼ਨਾਂ 2 ਕਰੋੜ ਦੀ ਆਬਾਦੀ ਹੈਗੀ ਆ, ਉਹਨੇ ਚੁੱਕ ਕੇ 1 ਮਿਊਨਿਸਪਲ ਕਾਰਪੋਰੇਸ਼ਨ ਬਣਾਤੀ, ਫਿਰ ਵੀ ਉੱਥੇ ਹਾਰ ਗਈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇੱਥੇ ਸੰਵਿਧਾਨ ਤੋਂ ਅੱਗੇ ਜਾ ਕੇ ਜੋ ਕੁਝ ਹੋ ਰਿਹਾ ਵਾ ਇਹੀ ਉਹਦਾ ਕਾਰਨ ਹੈਗਾ ਕਿ ਜਿਹਦੇ ਨਾਲ ਇਸ ਕਿਸਮ ਦੀ ਸਿਚੁਏਸ਼ਨ, ਇਸ ਕਿਸਮ ਦੀ ਸਥਿਤੀ ਜਾਂ ਇਸ ਕਿਸਮ ਦੀ ਕਨਫਰੰਟੇਸ਼ਨ ਜਾਂ ਬੀਜੇਪੀ ਨੂੰ ਲੱਗਦਾ ਹੈ ਕਿ ਜਿਹੜਾ ਖਾਸ ਕਰਕੇ ਹੁੰਦਾ ਨਾ ਕਿ ਨੱਕ ਤੇ ਮੱਖੀ ਬੈਠੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਡਿਸਲੋਜ ਕਰਕੇ ਇੱਥੇ ਵੀ ਜਿਹੜਾ ਆਪਣਾ ਰਜੀਮ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ 7 ਸੀਟਾਂ ਜਿੱਤ ਰਹੇ ਆ, ਲਗਾਤਾਰ 7 ਸੀਟਾਂ ਜਿੱਤ ਰਹੇ ਔਰ ਇੱਥੇ ਇਸ ਕਿਸਮ ਦੀ ਕਨਫਰੰਟੇਸ਼ਨ ਪੈਦਾ ਕਰਕੇ ਸਰਕਾਰ ਦੇ ਰਾਜ ਅੜਿੱਕਾ ਵੀ ਡਾਉਂਦੇ ਆ ਔਰ ਇਹਦੇ ਨਾਲ ਉਹ ਚਾਹੁੰਦੇ ਆ ਕਿ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਸਿੱਧੇ ਤੌਰ ਤੇ LG, ਕਿਉਂਕਿ LG ਉਹਨਾਂ ਦਾ ਹੀ ਅਪੁਆਇੰਟ ਕੀਤਾ ਹੋਇਆ ਇੱਕ ਜਿਹੜਾ ਹੈਗਾ
ਵਿਅਕਤੀ ਹੈਗਾ ਕਿ ਉਹਦੇ ਥਰੂ ਚੁਣੀ ਹੋਈ ਸਰਕਾਰ ਨੂੰ ਜਿਹੜਾ ਹੈਗਾ ਡਿਸਲੋਜ ਨਹੀਂ ਕਰਨਾ, ਕਿ ਪੋਲੀਟੀਕਲੀ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਨਾ ਪਾਵਰਲੈਸ ਕਰਕੇ, ਤਾਂ ਕਿ ਇਹ ਸਿਚੁਏਸ਼ਨ ਪੈਦਾ ਕੀਤੀ ਜਾਵੇ ਕਿ ਜੇ ਤੁਸੀਂ ਇਹਨਾਂ ਨੂੰ ਚੁਣੋਗੇ ਤੇ ਇਹ ਚੰਗੀ ਤਰ੍ਹਾਂ ਨਾ ਕੰਮ ਕਰ ਸਕਦੀ ਹੈ, ਨਾ ਅਸੀਂ ਕਰਨ ਦੇਵਾਂਗੇ, ਤੇ ਜਿਹਦੇ ਨਾਲ ਅਲਟੀਮੇਟਲੀ ਮੇਰੇ ਖਿਆਲ ਜਿਹੜਾ ਪੋਲੀਟੀਕਲ ਉਹਨੂੰ ਕਹਿੰਦੇ ਆ ਜਿਹੜਾ ਏਜੰਡਾ ਹੁੰਦਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸੈਟਲ ਕੀਤਾ ਜਾਵੇ। ਬਿਲਕੁਲ ਜੀ, ਜੇ ਸਾਰੀਆਂ ਇਦਾਂ ਪਾਵਰਸ ਵਾਪਸ ਲੈ ਲਿੱਤੀਆਂ ਜਾਣ ਚੁਣੀ ਹੋਈ ਸਰਕਾਰ ਤੋਂ, ਤਾਂ ਇੱਕ ਟੁੱਥਲੈਸ ਟਾਈਗਰ ਹੋ ਜਾਏਗਾ, ਇੱਕ ਐਸਾ ਸ਼ੇਰ ਜਿਹਦੇ ਦੰਦ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀ ਵਿਵਸਥਾ ਬਣੇਗੀ। ਔਰ ਇੱਕ ਆਫਿਸਰ ਸਾਹਿਬ ਦੀ ਟ੍ਰਾਂਸਫਰ ਵੀ ਕੀਤੀ ਹੈ ਆਮ ਆਦਮੀ ਪਾਰਟੀ ਵੱਲੋਂ, ਸੋ ਮਿਨਿਸਟਰ ਸਾਹਿਬ ਨੇ ਕੀਤੀ, ਤੇ ਉਹਦਾ ਵੀ ਕਾਫੀ ਪੰਗਾ ਪਿਆ ਰਿਹਾ ਕਿ ਇਹ ਕਿੱਦਾਂ ਹੋ ਸਕਦਾ ਹੈ, ਇਹ ਵੀ ਗੈਰ ਸੰਵਿਧਾਨਿਕ ਹੈ ਜਦੋਂ ਸੁਪਰੀਮ ਕੋਰਟ ਇੱਦਾਂ ਕਹਿ ਰਿਹਾ ਹੈ, ਸੈਂਟਰਲ ਗਵਰਨਮੈਂਟ ਇੱਦਾਂ ਕਹਿ ਰਹੀ ਹੈ। ਸੋ ਇਹ ਸਭ ਗੱਲਾਂ ਚੱਲਦੀਆਂ ਰਹੀਆਂ ਕਿਉਂਕਿ ਇਸ ਦਾ ਰਾਜਨੀਤੀਕਰਨ ਤੇ ਹੋ ਹੀ ਚੁੱਕਾ ਇਸ ਮੁੱਦੇ ਦਾ। ਇਹਦੇ ਵਿੱਚ ਸੇਖੋ ਸਾਹਿਬ ਇੱਕ ਪੁਆਇੰਟ ਆਉਂਦਾ ਕਿ ਸੁਪਰੀਮ ਕੋਰਟ ਨੇ ਇਹ ਜਜਮੈਂਟ ਜਾਂ ਇਹ ਆਰਡਰ ਪਾਸ ਕਿਉਂ ਕੀਤਾ, ਇਹਦੇ ਪਿੱਛੇ ਕੀ ਮਨਸ਼ਾ ਰਹੀ ਹੋਏਗੀ? ਸੁਪਰੀਮ ਕੋਰਟ ਹਮੇਸ਼ਾ ਜਿਹੜੀ ਸੰਵਿਧਾਨ ਦੇ ਵਿੱਚ ਜਿਹੜੀਆਂ ਧਾਰਨਾਵਾਂ ਵਾ ਉਹਦੀ ਵਿਵਸਥਾ ਦੀ ਜਿਹੜੀ ਹੈਗੀ ਇੰਟਰਪ੍ਰੀਟ ਕਰਦੀ ਆ। ਬਿਲਕੁਲ ਸੁਪਰੀਮ ਕੋਰਟ ਦਾ ਇਹ ਹੈਗਾ ਕਿ ਕਿਉਂਕਿ ਇੱਕੋ ਹੀ ਜਿਹੜੀ ਖਾਸ ਕਰਕੇ ਵਿੰਗ ਹੈਗਾ ਸਰਕਾਰ ਦਾ ਕਿ ਜਿਹੜੀ ਹੈ ਸੰਵਿਧਾਨ ਦੀ ਵਿਵਸਥਾ ਜਿਹੜੀ ਹੈਗੀ ਹੈ, ਸੰਵਿਧਾਨ ਦੇ ਵਿੱਚ ਜੋ ਦਰਜ ਧਾਰਾਵਾਂ ਹੈਗੀਆਂ ਉਹਦੀ ਕਾਨਸਟੀਟਿਊਸ਼ਨਲ ਵੈਲਿਡਿਟੀ ਜਾਂ ਉਹਦੀ ਜਿਹੜੀ ਕਾਨਸਟੀਟਿਊਸ਼ਨ ਇੰਟਰਪ੍ਰੀਟੇਸ਼ਨ ਆ ਉਹ ਜਿਹੜੀ ਹੈਗੀ ਆ ਉਹ ਕਰਨੀ। ਇਸ ਵੇਲੇ ਸੰਵਿਧਾਨ ਦੇ ਵਿੱਚ ਜਿਹੜੀ ਵਿਵਸਥਾ ਹੈਗੀ ਉਹਦੇ ਵਿੱਚ ਬਹੁਤ ਕਲੀਅਰ ਹੈਗਾ ਕਿ ਜੋ ਜਾਂ ਉਹਦਾ ਇੱਕ ਇਹ ਵੀ ਹੈਗਾ ਵੀ ਜੋ ਮੌਜੂਦਾ ਹੈਗਾ, ਜੇ ਕੱਲ ਨੂੰ ਇਹ ਕੋਈ ਉਹਦੇ ਅਮੈਂਡਮੈਂਟ ਕਰ ਦਿੰਦੇ ਆ ਉਹਦੀ ਸਿਚੁਏਸ਼ਨ ਹੋਰ ਹੋਊਗੀ ਕਿ ਜੋ ਮੌਜੂਦਾ ਸਥਿਤੀ ਹੈਗੀ ਆ ਚੁਣੀ ਹੋਈ ਸਰਕਾਰ ਨੂੰ ਇਹ ਜਿਹੜੀਆਂ ਸ਼ਕਤੀਆਂ ਹੈਗੀਆਂ, ਖਾਸ ਕਰਕੇ ਟ੍ਰਾਂਸਫਰ ਦੀ ਗੱਲ ਤੁਸੀਂ ਕੀਤੀ ਆ, ਪੋਸਟਿੰਗ ਦੀ ਗੱਲ ਕੀਤੀ ਆ, ਜਾਂ ਉਹਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਗੱਲ ਕੀਤੀ। ਤੁਸੀਂ ਦੇਖਿਆ ਹੋਣਾ ਕਿ ਘਰ ਘਰ ਰਾਸ਼ਨ ਪਹੁੰਚਾਉਣ ਵਾਸਤੇ ਵੀ ਉਹਨਾਂ ਲਈ ਬਹੁਤ ਸਮੱਸਿਆ ਪੈਦਾ ਕੀਤੀ ਗਈ ਸੀ, ਮੁਹੱਲਾ ਕਲੀਨਿਕ ਵਾਸਤੇ ਬਹੁਤ ਕੀਤੀ ਗਈ ਸੀ, ਜਾਂ ਹੋਰ ਸਰਵਿਸਿਜ਼ ਵਾਸਤੇ ਕੀਤੀ ਹੈ। ਇਹ ਗੱਲ ਠੀਕ ਹੈਗੀ ਆ ਕਿ ਸੈਂਟਰ ਗਵਰਨਮੈਂਟ ਅੜੰਗੇ ਅੜਾਉਂਦੀ ਹੈ ਜਿਹੜੇ ਕਿ ਅੜੰਗੇ ਨਹੀਂ ਅੜਾਉਣੇ ਚਾਹੀਦੇ, ਪਰ ਦੂਸਰੇ ਪਾਸੇ ਤੁਸੀਂ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਆਮ ਆਦਮੀ ਪਾਰਟੀ ਦਾ, ਇਹਦਾ ਵੀ ਐਟੀਟਿਊਡ ਦੇਖੋ ਤੁਸੀਂ। ਕਈ ਵਾਰੀ ਹੁੰਦਾ ਕਿ ਤੁਹਾਨੂੰ ਆਪਣੀ ਜਿਹੜੀ ਮੈਂ ਆ ਜਾਂ ਆਪਣੀ ਜਿਹੜੀ ਹੈਂਕੜਬਾਜ਼ੀ ਆ ਉਹਨੂੰ ਥੋੜਾ ਜਿਹਾ, ਪਹਿਲੇ ਦਿਨ ਟਵਿੱਟਰਬਾਜ਼ੀ ਸ਼ੁਰੂ ਹੋ ਗਈ, ਇਹ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਕਦੀ ਵੀ ਤੁਸੀਂ ਰੂਲ ਦੇ ਨਾਲ, ਕਾਨੂੰਨ ਦੇ ਨਾਲ ਜਾਂ ਕੱਲਾ ਸੰਵਿਧਾਨਕ ਵਿਵਸਥਾ ਦੇ ਨਾਲ ਹੀ ਏਡੇ ਵੱਡੇ ਸਟੇਟ ਨੂੰ ਜਾਂ ਏਡੇ ਵੱਡੇ ਦੇਸ਼ ਨੂੰ ਨਹੀਂ ਚਲਾ ਸਕਦੇ। ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਆਪਸੀ ਸਹਿਮਤੀ ਆ, ਆਪਸੀ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਮਿਟ ਮਿਟਾਵ ਉਹਨੂੰ ਦੂਰ ਕਰਕੇ ਤੇ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਔਰ ਇਹ ਜਿਹੜੀ ਦੋਵੇਂ ਪਾਰਟੀਆਂ ਹੈਗੀਆਂ, ਤੁਸੀਂ ਦੇਖੋ ਕਿ ਕਦੀ ਇਹ ਸਮੱਸਿਆ ਨਹੀਂ ਆਈ। ਪਹਿਲਾਂ ਸ਼ੀਲਾ ਦੀਕਸ਼ਤ ਰਹੀ ਸੀ, ਉਹ ਤੋਂ ਪਹਿਲਾਂ ਦੂਸਰਾ ਬੀਜੇਪੀ ਵਾਲੇ ਰਹੇ ਸੀਗੇ, ਕਦੀ ਅਸੀਂ ਨਹੀਂ ਦੇਖਿਆ ਕਿ ਇਦਾਂ ਦੀ ਕਨਫਰੰਟੇਸ਼ਨ ਆਉਣੀ ਆ। ਇਹ ਕਨਫਰੰਟੇਸ਼ਨ ਇਹਦਾ ਮਤਲਬ ਸਾਨੂੰ ਇਹ ਹੈਗਾ ਵੀ ਸੰਵਿਧਾਨ ਤੋਂ ਅੱਗੇ ਜਾ ਕੇ ਇਹ ਜਿਹੜੇ ਐਕਟਰ ਹੈਗੇ ਆ, ਚਾਹੇ ਉਹ ਬੀਜੇਪੀ ਵਾਲੇ ਐਕਟਰ ਦਾ ਮਤਲਬ ਜਿਹੜੇ ਪੋਲੀਟੀਕਲ ਐਕਟਰ ਹੈਗੇ ਆ, ਜਾਂ ਇਹ ਹੈਗੇ ਆ, ਕਿਤੇ ਇਹਨਾਂ ਦੇ ਵਿੱਚ ਆਪਣੀ ਈਗੋ ਤੇ ਨਹੀਂ ਪਾਵਰਫੁਲ ਹੋ ਗਈ, ਕਿਤੇ ਇਹਨਾਂ ਦੇ ਵਿੱਚ ਕ੍ਰੈਡਿਟ ਲੈਣ ਦੀ ਜਿਹੜੀ ਦੌੜ ਉਹ ਤਾਂ ਨਹੀਂ ਆ ਗਈ, ਕਿਤੇ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਇਮਾਨਦਾਰ ਜਾਂ ਕੱਟੜ ਇਮਾਨਦਾਰ ਜਾਂ ਦੂਸਰਿਆਂ ਨੂੰ ਨੀਵਾਂ ਵਿਖਾ ਕੇ ਅੱਗੇ ਲੰਘਣ ਦੀ ਸਮੱਸਿਆ ਤਾਂ ਨਹੀਂ ਹੈਗੀ। ਮੈਨੂੰ ਲੱਗਦਾ ਕਿ ਇਹੋ ਜਿਹੇ ਜਦੋਂ ਮਸਲੇ ਆਉਂਦੇ ਆ, ਸੁਪਰੀਮ ਕੋਰਟ ਠੀਕ ਹੈ, ਬਹੁਤ ਵਧੀਆ ਹੈ, ਸੁਪਰੀਮ ਕੋਰਟ ਨੇ ਇੰਟਰਪ੍ਰੀਟ ਕਰਨਾ ਲੀਗਲ ਆਸਪੈਕਟ, ਪਰ ਐਡਮਿਨਿਸਟ੍ਰੇਸ਼ਨ ਚਲਾਉਣ ਵਾਸਤੇ ਤੁਹਾਨੂੰ ਦੂਸਰਾ ਆਸਪੈਕਟ ਜਿਹੜਾ ਹੈਗਾ ਵਾ ਆਪਸੀ ਮੇਲ ਮਿਲਾਪ ਜਾਂ ਆਪਸੀ ਮੇਲ ਜੋਲ ਜਿਹੜਾ ਹੈਗਾ ਵਾ, ਜਾਂ ਉਹਦੇ ਲਈ ਪਬਲਿਕ ਰਾਏ ਵੀ ਤਿਆਰ ਕਰਨੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਤਾਂ ਕਿ ਲੋਕ ਸਫਰ ਨਾ ਕਰਨ। ਐਗਜ਼ੈਕਟਲੀ। ਹੁਣ ਇਹ ਵਿਰੋਧੀ ਧਿਰਾਂ ਨੂੰ ਸਾਰਿਆਂ ਨੂੰ ਇਕੱਠਾ ਕਰਨ ਵਾਸਤੇ ਕਹਿ ਰਹੇ ਨੇ ਕੇਜਰੀਵਾਲ ਸਾਹਿਬ ਕਿ ਆਓ ਤੇ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕੋ। ਕਿਤੇ ਨਾ ਕਿਤੇ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਜਿੱਦਾਂ ਮਾਹਿਰ ਵੀ ਮੰਨਦੇ ਨੇ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਇਹਨੂੰ ਰਾਜ ਸਭਾ ਦੇ ਵਿੱਚ ਵੀ ਬਹੁਮਤ ਮਿਲ ਜਾਂਦਾ, ਕਿਸੇ ਤਰ੍ਹਾਂ ਨਾਲ ਇਹ ਬਿੱਲ ਪੱਕਾ ਹੋ ਜਾਂਦਾ, ਤਾਂ ਇਸ ਦੇ ਕੰਟੈਕਸਟ ਦੇ ਵਿੱਚ ਬਾਕੀ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਾਂ ਇੱਥੋਂ ਤੱਕ ਕਿ ਜਿੱਥੇ ਚੁਣੀਆਂ ਹੋਈਆਂ ਸਰਕਾਰਾਂ ਵੀ ਮੌਜੂਦ ਨੇ, ਉੱਥੇ ਵੀ ਇਸ ਦੇ ਰੈਫਰੈਂਸ ਨਾਲ ਇੱਦਾਂ ਦੀਆਂ ਪਾਵਰਸ ਨੂੰ ਐਕਸਰਸਾਈਜ਼ ਕੀਤਾ ਜਾਏਗਾ ਕਿ ਹਰ ਥਾਂ ਦੇ ਉੱਤੇ ਜਿਹੜੀ ਉੱਥੋਂ ਦੀ ਚੁਣੀ ਹੋਈ ਸਰਕਾਰ ਹੈ ਉਹਦੀਆਂ ਸ਼ਕਤੀਆਂ ਨੂੰ ਕੇਂਦਰ ਖਿੱਚ ਲਏਗਾ, ਆਪਣੇ ਕੋਲ ਲੈ ਜਾਏਗਾ, ਤੇ ਹਰ ਥਾਂ ਦੇ ਉੱਤੇ ਗਵਰਨਰ ਬੈਠੇ ਹੋਏ ਨੇ ਔਰ ਗਵਰਨਰ ਹੀ ਕੰਮ ਕਰਨਗੇ ਔਰ ਇਹ ਇੱਕ ਤਰ੍ਹਾਂ ਨਾਲ ਕੇਂਦਰ ਦਾ ਰਾਜ ਹੋ ਜਾਏਗਾ ਸਿੱਧੇ ਜਾਂ ਅਸਿੱਧੇ ਤੌਰ ਤੇ। ਸੇਖੋ ਸਾਹਿਬ ਬਿਲਕੁਲ, ਸਾਡਾ ਸਿਸਟਮ ਹੀ ਇਦਾਂ, ਤੁਸੀਂ ਦੇਖੋ ਪਿਛਲੇ ਸਮੇਂ ਦੇ ਉੱਤੋਂ ਦੁਨੀਆ ਦੇ ਵਿੱਚ ਵੀ ਜਿਹੜੀ ਸੈਂਟਰਲਾਈਜੇਸ਼ਨ ਕੇਂਦਰ ਦੀ ਹੋ ਰਹੀ ਆ। ਮੈਂ ਅਮਰੀਕਾ ਦੀ ਐਗਜ਼ਾਮਪਲ ਦਿੰਦਾ ਕਿ ਜਦੋਂ ਅਮਰੀਕਾ ਦਾ ਜਿਹੜਾ ਬਣਿਆ ਸੀ, ਸੰਵਿਧਾਨ ਕੀਤਾ ਸੀ 1791 ਦੇ ਵਿੱਚ, ਸਟੇਟਾਂ ਕੋਲ ਕਿੰਨੀਆਂ ਤਾਕਤਾਂ ਸੀਗੀਆਂ, ਪਰ ਹੌਲੀ ਹੌਲੀ ਹੂ ਨੋਜ਼ ਅਬਾਊਟ ਦਾ ਸਟੇਟਸ, everybody talks about the president of USA, everybody talks about the secretary of state of the USA, ਸਾਰੀਆਂ ਪਾਵਰ ਸੈਂਟਰਲਾਈਜ਼ ਹੋਈਆਂ। ਇੱਕ ਹਿਸਟੋਰੀਕਲ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚੋਂ ਹੋਇਆ ਕਿ ਜਦੋਂ ਤੁਹਾਡੀ ਆਬਾਦੀ ਬਹੁਤ ਵੱਧ ਗਈ, ਜਦੋਂ ਤੁਹਾਡਾ ਟ੍ਰੇਡ ਬਹੁਤ ਵੱਧ ਗਿਆ, ਜਦੋਂ ਤੁਹਾਡੇ ਦੂਸਰੇ ਦੇਸ਼ਾਂ ਨਾਲ ਰਿਲੇਸ਼ਨ ਜਿਹੜੇ ਹੈਗੇ ਉਹ ਸਾਰੀਆਂ ਸੈਂਟਰ ਦੀਆਂ ਜ਼ਿੰਮੇਵਾਰੀਆਂ ਸੀਗੀਆਂ, ਜਦੋਂ ਤੁਹਾਡਾ ਇਹ ਦੇਖੋ ਵੀ ਇਹ ਲੜਾਈ ਦਾ ਜਿਹੜਾ ਹੈਗਾ ਵਾ ਦਹਿਸ਼ਤ ਜਿਹੜੀ ਇਹ ਵੱਧ ਗਈ,
ਸੋ ਜਦੋਂ ਕਮਿਊਨੀਕੇਸ਼ਨ ਬਹੁਤ ਵੱਧ ਗਿਆ, ਜਦੋਂ ਤੁਹਾਡੀ ਮੂਵਮੈਂਟ ਟਰਾਂਸਪੋਰਟੇਸ਼ਨ ਬਹੁਤ ਵੱਧ ਗਈ, ਸਾਰੀ ਦੁਨੀਆ ਦੇ ਵਿੱਚ ਸੈਂਟਰਲਾਈਜੇਸ਼ਨ ਜਿਹੜਾ ਪ੍ਰੋਸੈਸ ਇਹ ਹੈਗਾ ਵਾ। ਪਰ ਕਿਤੇ ਨਾ ਕਿਤੇ ਉੱਥੇ ਕੰਸੈਂਸਸ ਹੈਗਾ, ਐਗਜ਼ਿਸਟੈਂਸ ਆਫ ਬਾਉਂਡਰੀਜ਼ ਹੈਗੀ ਆ। ਸਾਡੇ ਵੀ ਉਹੀ ਪ੍ਰੋਸੈਸ ਹੋਇਆ। ਤੁਸੀਂ ਦੇਖੋ ਪਹਿਲੇ ਸਮੇਂ GST ਜਿਹੜਾ ਹੈਗਾ ਸੀਗਾ ਉਹ ਸੈਂਟਰ ਦੇ ਕੋਲ ਚਲਾ ਗਿਆ। ਜਿਹੜੀਆਂ ਤੁਹਾਡੀ ਨੈਸ਼ਨਲ ਹਾਈਵੇਜ਼ ਆ ਉਹ ਵੀ ਸੈਂਟਰ ਦੇ ਕੰਟਰੋਲ ਥੱਲੇ ਆ, ਕਮਿਊਨੀਕੇਸ਼ਨ ਸੈਂਟਰ ਦੇ ਕੰਟਰੋਲ ਥੱਲੇ ਆ। ਪੈਰਾਮਿਲਟਰੀ ਫੋਰਸਿਸ ਕਿੰਨੀਆਂ ਆ ਗਈਆਂ। ਕਿਸੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪੁਲਿਸ ਹੁੰਦੀ ਸੀ, ਇੱਕ PAP ਹੁੰਦੀ ਸੀਗੀ, ਉਹ ਜਾਂ CRP ਸੈਂਟਰ ਦੇ ਵਿੱਚ ਹੁੰਦੀ। ਹੁਣ ਕਿੰਨੀਆਂ ਪੈਰਾਮਿਲਟਰੀ ਫੋਰਸਿਸ ਹੈਗੀਆਂ, ਕਿੰਨੀਆਂ ਇੰਟੈਲੀਜੈਂਸ ਏਜੰਸੀਜ਼ ਆ ਗਈਆਂ, ਕਿੰਨੀ ਸਟੇਟਾਂ ਦੀ ਸੈਂਟਰ ਦੇ ਉੱਤੇ ਡਿਪੈਂਡੈਂਸ ਵੱਧ ਗਈ, ਕਿੰਨੀ ਲੋਕਾਂ ਦੀ ਇੱਕ ਦੂਸਰੇ ਡਿਪੈਂਡੈਂਸ ਵੱਧ ਗਈ। ਤਾਂ ਅਲਟੀਮੇਟਲੀ ਇਹ ਸਾਰੇ ਪ੍ਰੋਸੈਸ ਨੇ ਸੈਂਟਰ ਨੂੰ ਬਹੁਤ ਪਾਵਰਫੁਲ ਕੀਤਾ। ਇਸੇ ਕਰਕੇ ਪੰਜਾਬ ਦੇ ਵਿੱਚ 60-70 ਦੇ ਵਿੱਚ ਸਟੇਟਾਂ ਦੀ ਆਟੋਨਮੀ ਦੀ ਗੱਲ ਕੀਤੀ ਸੀਗੀ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਹੁਣ ਤੱਕ ਮੈਚੁਰ ਲੀਡਰਸ਼ਿਪ ਦੀ ਲੋੜ ਹੈਗੀ ਆ, ਚਾਹੇ ਉਹ ਸਟੇਟਾਂ ਦੇ ਵਿੱਚ ਆ, ਚਾਹੇ ਸੈਂਟਰ ਦੇ ਵਿੱਚ ਆ। ਟੈਕਨੀਕਲ ਤਰੀਕੇ ਦੇ ਨਾਲ ਜਾਂ ਬਾਰ-ਬਾਰ ਕੋਰਟ ਦੇ ਕੋਲ ਜਾਣ ਦੇ ਨਾਲ ਜਾਂ ਇਹੋ ਜਿਹੇ ਝਗੜੇ ਖੜੇ ਕਰਨ ਦੇ ਨਾਲ ਤੁਸੀਂ ਜਿਹੜਾ ਬੇਸਿਕ ਜਿਹੜਾ ਸਪਿਰਿਟ ਵਾ, ਲੈਟਰ ਵਾ, ਉਸ ਸੰਵਿਧਾਨ ਨੂੰ ਜਿਹੜਾ ਹੈਗਾ ਵਾ ਉਹਨੂੰ ਅਡਹੀਅਰ ਨਹੀਂ ਕਰੋਗੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੇ ਤਾਂ ਤੁਸੀਂ ਦੇਖੋ ਕਿ ਸੈਂਟਰ ਲਿਸਟ ਦੇ ਵਿੱਚ ਜਿਹੜੀਆਂ ਕਿੰਨੀਆਂ ਜਿਹੜੀਆਂ ਹੈਗੀਆਂ ਸੀਗੀਆਂ ਦੂਸਰੀਆਂ ਜਿਹੜੀਆਂ ਸਾਡੀਆਂ ਮੱਦਾਂ ਸੀ ਸਟੇਟ ਲਿਸਟ ਦੇ ਵਿੱਚ। ਐਜੂਕੇਸ਼ਨ ਇੱਥੇ ਹੁੰਦੀ ਸੀ, ਉਹ ਸੈਂਟਰ ਲਿਸਟ ਦੇ ਵਿੱਚ ਲੱਗੀ। ਸਾਰੀ ਐਜੂਕੇਸ਼ਨ ਤੁਹਾਡੀ ਸੈਂਟਰਲਾਈਜ਼ਡ ਹੋ ਗਈ। ਇਸੇ ਤਰੀਕੇ ਦੇ ਨਾਲ ਜਿਹੜਾ এনवायरमेंट ਵਾਲਾ ਪਾਸਾ ਸੀਗਾ ਇਹ ਉਸ ਪਾਸੇ ਵੱਲ ਚਲੇ ਗਿਆ, ਜਿੱਥੇ ਡੋਮੀਨੇਸ਼ਨ ਜਿਹੜੀ ਹੈਗੀ ਆ, ਜਿੰਨਾ ਡਿਵੈਲਪਮੈਂਟ ਪ੍ਰੋਸੈਸ ਹੈਗਾ ਖਾਸ ਕਰਕੇ ਪਿਛਲੇ ਲੰਮੇ ਸਮੇਂ ਦੇ ਉੱਤੋਂ, ਉਹਨੇ ਸਾਰੇ ਸੈਂਟਰਸ ਨੂੰ ਪਾਵਰਫੁਲ ਕੀਤਾ ਵਾ। ਪਰ ਇੱਥੇ ਗੱਲ ਹੈਗੀ ਆ ਕਿ ਪਾਵਰ ਦੇ ਨਾਲ ਰਿਸਪੌਂਸਿਬਿਲਿਟੀ ਬਣਦੀ ਆ। ਇਹ ਜ਼ਿੰਮੇਵਾਰੀ ਸੈਂਟਰ ਦੀ ਆ ਕਿ ਸਿਰਫ ਉਹ ਕੋਲ ਤਾਕਤਾਂ ਨਹੀਂ ਆਉਂਦੀਆਂ, ਉਹ ਇਹਦੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਵੱਧਦੀ ਆ ਕਿ ਜਿਹੜੇ ਉਹਦੇ ਸਬਜੈਕਟ ਹੈਗੇ ਆ, ਜਿਹੜੇ ਉਹਦੇ ਸਟੇਟ ਹੈਗੇ ਆ, ਸਟੇਟਾਂ 'ਚ ਜਿਹੜੀਆਂ ਰਾਜ ਕਰਦੀਆਂ ਧਿਰਾਂ। ਅਲਟੀਮੇਟਲੀ ਹੋ ਰਿਹਾ ਕਿ ਖਾਸ ਕਰਕੇ BJP ਦੀ ਵਿਚਾਰਧਾਰਾ ਹੈ ਜਿਹੜੀ ਅਲਟੀਮੇਟਲੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਿਸ ਕਿਸਮ ਦੀ ਪੋਲੀਟੀਕਲ ਵਿਚਾਰਧਾਰਾ ਹੈ, ਕਿਸ ਕਿਸਮ ਦੀ ਉਹਦੀ ਆਰਥਿਕ ਵਿਚਾਰਧਾਰਾ ਹੈ, ਕਿਸ ਕਿਸਮ ਦੀ ਸਮਾਜਿਕ ਵਿਚਾਰਧਾਰਾ ਹੈ, ਜਿਹਦੇ ਨਾਲ ਉਹ ਸਾਰਾ ਕੁਝ ਸੈਂਟਰਲਾਈਜ਼ ਕਰਨਾ ਚਾਹੁੰਦੇ ਔਰ ਇਹਦੇ ਨਾਲ ਸਮੱਸਿਆ ਪੈਦਾ ਹੁੰਦੀ ਆ। ਤੁਸੀਂ ਮਨੀਪੁਰ ਦੀ ਐਗਜ਼ਾਮਪਲ ਦੇਖ ਲਓ ਜਾਂ ਤੁਸੀਂ ਹੋਰ ਕਈਆਂ ਪਾਸਿਆਂ ਦੀ ਐਗਜ਼ਾਮਪਲ ਦੇਖ ਲਓ। ਪੰਜਾਬ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਆ। ਜਾਂ ਦੂਸਰੇ ਪਾਸੇ ਦੇਖੋ ਨਾ, ਕਿਸਾਨ ਐਗਰੀਕਲਚਰ ਦੇ ਉੱਤੇ ਕਾਨੂੰਨ ਬਣਾਉਣਾ ਵੀ ਉਹਨਾਂ ਦੇ ਕੋਲ ਆ, ਟ੍ਰੇਡ ਸਾਰਾ ਉਹਨਾਂ ਦੇ ਕੋਲ ਆ ਗਿਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਸਾਰੀ ਸਿਚੁਏਸ਼ਨ ਨੂੰ ਨਿਬੇੜਨ ਵਾਸਤੇ ਸਾਨੂੰ ਪੋਲੀਟੀਸ਼ੀਅਨ ਘੱਟ ਤੇ ਹੁਣ ਸਟੇਟਸ ਪਰਸਨ ਜਿਹੜੇ ਹੈਗੇ ਆ ਜਾਂ ਜਿਹੜੇ ਸਮਝਦਾਰ ਬੰਦੇ ਆ, ਉਹਨਾਂ ਦੀ ਲੋੜ ਇਸ ਵੇਲੇ ਇੰਡੀਆ ਦੇ ਵਿੱਚ ਵੀ ਤੇ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈ ਆ, ਤਾਂ ਕਿ ਬੇਲੋੜੀਆਂ ਕਨਫੈਡਰੇਸ਼ਨਾਂ ਤੋਂ ਬਚਿਆ ਜਾਵੇ ਤੇ ਰਲ ਮਿਲ ਕੇ ਜਿਹੜਾ ਖਾਸ ਕਰਕੇ ਦੇਸ਼ ਨੂੰ ਜਿਹੜੀ ਗਰੀਬੀ ਹੈ, ਭੁੱਖ ਨੰਗ ਹੈ, ਅਨਪੜ੍ਹਤਾ ਹੈ, ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਇਨਇਕੁਐਲਿਟੀ ਹੈ, ਜਿਹੜੇ ਸਾਡੇ ਸਟਰਕਚਰ ਨੂੰ ਕਮਜ਼ੋਰ ਕਰਦੇ ਆ ਜਾਂ ਆਈਡੀਆ ਆਫ ਇੰਡੀਆ ਨੂੰ ਕਮਜ਼ੋਰ ਕਰਦੇ ਆ, ਉਹਨਾਂ ਨੂੰ ਟੈਕਲ ਕਰਕੇ ਇੱਕ ਨਵੀਂ ਬਿਗਨਿੰਗ ਸ਼ੁਰੂ ਕੀਤੀ ਜਾਵੇ। ਐਗਜ਼ੈਕਟਲੀ, ਸਾਨੂੰ ਇਸ ਵਕਤ ਸਟੇਟਸਮੈਨ ਚਾਹੀਦੇ ਨੇ, ਨਾ ਕਿ ਪੋਲੀਟੀਸ਼ੀਅਨਸ ਚਾਹੀਦੇ ਨੇ। A statesman thinks about the next generation and a politician thinks about the next election only. So एक difference रहेगा। So एक चीज़ आउंदी, ਤੁਸੀਂ ਜਦੋਂ ਅਮਰੀਕਾ ਦਾ ਇਹਦੇ ਵਿੱਚ ਜ਼ਿਕਰ ਕਰਦੇ ਹੋ, ਅਮਰੀਕਾ ਦੀ ਡੈਮੋਕ੍ਰੇਸੀ ਓਲਡੈਸਟ ਡੈਮੋਕ੍ਰੇਸੀ ਹੈ ਦੁਨੀਆ ਦੀ, ਔਰ ਇੰਡੀਆ ਦੀ ਡੈਮੋਕ੍ਰੇਸੀ ਲਾਰਜੈਸਟ ਡੈਮੋਕ੍ਰੇਸੀ ਹੈ ਦੁਨੀਆ ਦੀ। ਪਰ ਅਮਰੀਕਾ ਦੀ ਡੈਮੋਕ੍ਰੇਸੀ, ਅਮਰੀਕਾ ਦੀ ਰਾਜਨੀਤੀ ਜਿੰਨੀ ਮੈਚਿਓਰ ਹੈ, ਤੁਹਾਨੂੰ ਲੱਗਦਾ ਹੈ ਕਿ ਭਾਰਤ ਦੀ ਡੈਮੋਕ੍ਰੇਸੀ, ਭਾਰਤ ਦੀ ਰਾਜਨੀਤੀ ਉਨੀ ਮੈਚਿਓਰ ਹੈ? ਨੰਬਰ 1। ਨੰਬਰ 2, ਜੋ ਇਸੇ ਸਵਾਲ ਦਾ ਦੂਸਰਾ ਹਿੱਸਾ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਜੇ ਸਭ ਕੁਝ ਸੈਂਟਰਲਾਈਜ਼ ਹੋ ਗਿਆ, ਸਭ ਕੁਝ ਗਵਰਨਰ ਦੇ ਹੱਥਾਂ ਚਲਾ ਗਿਆ, ਸਭ ਕੁਝ ਕੇਂਦਰ ਸਰਕਾਰ ਦੇ ਹੱਥਾਂ ਚਲਾ ਗਿਆ, ਤਾਂ ਅਸੀਂ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਸ਼ਿਫਟ ਹੋ ਜਾਂਦੇ ਹਾਂ? ਇਹ ਦੋਵਾਂ ਸਵਾਲਾਂ ਦਾ ਮੈਨੂੰ ਜਵਾਬ ਚਾਹੀਦਾ ਹੈ। ਦੇਖੋ ਸਰ, ਪਹਿਲੀ ਗੱਲ ਤਾਂ ਜੀ ਹਰ ਸਿਸਟਮ ਦੀਆਂ ਸਿਮਿਲੈਰਿਟੀਜ਼ ਹੁੰਦੀਆਂ। ਅਮਰੀਕਨ ਡੈਮੋਕ੍ਰੇਸੀ ਦੀ ਤੇ ਇੰਡੀਅਨ ਡੈਮੋਕ੍ਰੇਸੀ ਦੀਆਂ ਕੁਝ ਸਿਮਿਲੈਰਿਟੀਜ਼ ਹੁੰਦੀਆਂ, ਪਰ ਨਾਲ ਨਾਲ ਡਿਸਸਿਮਿਲੈਰਿਟੀਜ਼ ਬਹੁਤ ਜ਼ਿਆਦੀਆਂ। ਕਿਉਂਕਿ ਕੋਈ ਵੀ ਜਿਹੜਾ ਰਾਜਨੀਤਿਕ ਤੰਤਰ ਹੈਗਾ, ਡੈਮੋਕ੍ਰੇਟਿਕ ਪ੍ਰੋਸੈਸ ਹੈ, ਉਹ ਸਮਾਜਿਕ ਵਰਤਾਰੇ ਉੱਤੇ ਟਿਕਿਆ ਹੈ। ਸਾਡੇ ਸਮਾਜ ਤੇ ਉਹਨਾਂ ਦੇ ਸਮਾਜ ਦੇ ਵਿੱਚ ਸਿਮਿਲੈਰਿਟੀਜ਼ ਹੈਗੀਆਂ, ਬਹੁਤ ਸਾਰੀਆਂ ਡਿਸਸਿਮਿਲੈਰਿਟੀਜ਼ ਵੀ ਹੈਗੀਆਂ। ਇਹ ਜਿਹੜਾ ਬੇਸ ਬਣਦਾ ਉਸ ਡੈਮੋਕ੍ਰੇਸੀ ਦਾ। ਮੈਂ ਮੰਨਦਾ ਕਿ ਅਮਰੀਕਨ ਡੈਮੋਕ੍ਰੇਸੀ ਬਹੁਤੀ ਪਰਫੈਕਟ ਨਹੀਂ ਹੈ। ਤੁਸੀਂ ਦੇਖੋ ਉੱਥੇ ਵੀ ਕਿਸ ਕਿਸਮ ਦਾ ਇਲੈਕਸ਼ਨ ਦੇ ਵਿੱਚ ਕਿਹੜੇ ਹੱਥ ਕੰਡੇ ਵਰਤੇ ਜਾਂਦੇ ਆ, ਕਿਸ ਤਰੀਕੇ ਨਾਲ ਲੌਬੀ ਜਿਹੜੀਆਂ ਹੈਗੀਆਂ ਉਹ ਤਿਆਰ ਕੀਤੀਆਂ ਜਾਂਦੀਆਂ, ਕਿਸ ਤਰੀਕੇ ਨਾਲ ਪ੍ਰੋਪੋਗੰਡਾ ਕੀਤਾ ਜਾਂਦਾ। ਡਿਸਕ੍ਰਿਮੀਨੇਸ਼ਨ ਵਿਜ਼ੀਬਲ ਇਨਵਿਜ਼ੀਬਲ ਉੱਥੇ ਵੀ ਹੈਗਾ। ਪਾਰਟਿਸਿਪੇਸ਼ਨ ਇਨ ਦਾ ਪੋਲੀਟੀਕਲ ਪ੍ਰੋਸੈਸ, ਇਲੈਕਟਰਲ ਪ੍ਰੋਸੈਸ ਦੇ ਵਿੱਚ ਇੰਡੀਆ ਦੇ ਵਿੱਚ ਅਮਰੀਕਾ ਤੋਂ ਬਹੁਤ ਜ਼ਿਆਦਾ ਹੈ। ਜੇ ਉਹ ਦੇਖਿਆ ਜਾਵੇ, ਸਾਡਾ ਨੰਬਰ ਆਫ ਇਲੈਕਟੋਰੇਟਸ ਜਿਹੜਾ ਹੈਗਾ ਵਾ ਉਹਨਾਂ ਦੇ ਨਾਲ ਆਲਮੋਸਟ ਮੈਨੂੰ ਲੱਗਦਾ ਹੈ ਕਿ ਜਿੰਨੀ ਉਹਨਾਂ ਦੀ ਆਬਾਦੀ ਆ ਉਹ 3 ਗੁਣਾ ਜਾਂ 3.5 ਗੁਣਾ ਸਾਡਾ ਟੋਟਲ ਇਲੈਕਟੋਰੇਟਸ ਇਸ ਵੇਲੇ ਹੈਗਾ। ਸਾਡੀ ਪਰਸੈਂਟੇਜ ਆਫ ਜਿਹੜੀ ਹੈਗੀ ਆ ਵੋਟਿੰਗ ਆ ਉਹਨਾਂ ਦੇ ਨਾਲੋਂ ਹਾਇਰ ਹੈਗੀ ਹੈ। ਇਹ ਠੀਕ ਆ ਕਿ ਜਦੋਂ ਤੋਂ ਅਮਰੀਕਾ ਨੇ ਡੈਮੋਕ੍ਰੇਟਿਕ ਪ੍ਰੋਸੈਸ ਸ਼ੁਰੂ ਹੋਇਆ, ਉਦੋਂ ਸਮਾਜਿਕ ਤੇ ਆਰਥਿਕ ਜਿਹੜੀ ਗਰੋਥ ਸੀ ਉਹ 'ਚ ਬਹੁਤ ਜ਼ਿਆਦਾ ਡਿਸਪੈਰਿਟੀ ਨਹੀਂ ਸੀਗੀ। ਉਹਨੇ ਸਿੰਕਰੋਨਾਈਜ਼ ਕੀਤਾ, ਸਲੋਲੀ ਐਂਡ ਸਲੋਲੀ ਉਹਨਾਂ ਨੇ ਆਪਣੇ ਆਪ ਨੂੰ ਉਹਦੇ ਵਿੱਚ ਸਿੰਕਰੋਨਾਈਜ਼ ਕੀਤਾ।
ਪੋਸਟ ਕਲੋਨੀਅਲ ਸੋਸਾਇਟੀ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਕਿ ਵਿਦ ਦਾ ਐਡਵੈਂਟ ਆਫ ਦਾ ਟੈਕਨੋਲੋਜੀ, ਵਿਦ ਦਾ ਐਡਵੈਂਟ ਆਫ ਦਾ ਇਕਨੋਮਿਕ ਫਾਸਟ ਗਰੋਥ, ਇੰਡਸਟਰੀਲਾਈਜੇਸ਼ਨ, ਸਾਡਾ ਜਿਹੜਾ ਸਮਾਜਿਕ ਵਰਤਾਰਾ ਉਨੀ ਤੇਜ਼ੀ ਨਾਲ ਨਹੀਂ ਵੱਧ ਸਕਿਆ। ਸਾਡੀ ਗਰੋਥ ਹੋ ਗਈ, ਪਰ ਜਿਹੜੀ ਸੋਸ਼ਲ ਡਿਵੈਲਪਮੈਂਟ ਦਾ ਜਿਹੜਾ ਮਿਸਮੈਚ ਆ, ਜਿਹੜੇ ਫਾਲਟ ਲਾਈਨਸ ਹੈਗੇ ਸਾਡੀ ਡੈਮੋਕ੍ਰੇਟਿਕ ਪ੍ਰੋਸੈਸ ਦੇ, ਉਹ ਮੈਨੂੰ ਉੱਥੋਂ ਜਿਹੜੇ ਹੈਗੇ ਦਿਖਾਈ ਦਿੰਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ 75 ਸਾਲਾਂ 'ਚ, ਪਿਛਲੇ ਸਾਲਾਂ 'ਚ ਤੁਸੀਂ ਦੇਖੋ ਵੀ ਇੰਡੀਆ ਇੱਕ ਸ਼ਾਈਨਿੰਗ ਐਗਜ਼ਾਮਪਲ ਹੈਗੀ ਆ ਕਿ ਸਾਡੀਆਂ 17-18 ਇਲੈਕਸ਼ਨਸ ਹੋ ਚੁੱਕੀਆਂ ਵਾ, ਲਗਾਤਾਰ ਪਾਰਟੀਸਪੇਸ਼ਨ ਵੱਧ ਰਹੀ ਆ, ਲੋਕਾਂ ਦਾ ਸੰਸਥਾਵਾਂ ਤੇ ਵਿਸ਼ਵਾਸ ਵੱਧ ਰਿਹਾ ਹੈਗਾ ਵਾ, ਲੋਕਾਂ ਦੀ ਆਸ ਵੱਧ ਰਹੀ ਆ। ਡੈਮੋਕ੍ਰੇਸੀ ਉਹਨਾਂ ਦੇ ਲਈ ਇੱਕ ਆਸ ਦਾ ਇੱਕ ਜਿਹੜਾ ਹੈਗਾ ਵਾ ਉਹ ਕੇਂਦਰ ਬਣਿਆ ਹੈ। ਇਸੇ ਕਰਕੇ ਇੰਨੀ ਡਿਵਰਸਿਟੀ ਹੋਣ ਦੇ ਬਾਵਜੂਦ ਵੀ, ਇੰਨੀਆਂ ਜਿਹੜੀਆਂ ਭੁੱਖ ਨੰਗ ਹੋਣ ਦੇ ਬਾਵਜੂਦ ਵੀ, ਅਨਪੜ੍ਹਤਾ ਹੋਣ ਦੇ ਬਾਵਜੂਦ ਵੀ, ਔਰ ਇਸ ਕਿਸਮ ਦੇ ਜਿਹੜੇ ਫਾਲਟ ਲਾਈਨ ਕਮਿਊਨਲ ਕੌਨਸ਼ੀਅਸਨੈਸ ਦੇ ਵਿੱਚ ਹੈਗੇ ਆ, ਫਿਰ ਵੀ ਸਾਡਾ ਡੈਮੋਕ੍ਰੇਟਿਕ ਪ੍ਰੋਸੈਸ ਜਿਹੜਾ ਉਹ ਕੰਟੀਨਿਊਸਲੀ ਅੱਗੇ ਚੱਲੀ ਜਾਂਦਾ ਔਰ ਉਹ ਇੰਟੈਗਰੇਟ ਹੋ ਰਿਹਾ ਵਾ ਸਾਡੇ ਜਿਹੜਾ ਉਸ ਪ੍ਰੋਸੈਸ ਦੇ ਵਿੱਚ। ਇਸ ਕਰਕੇ ਉਹਨਾਂ ਦੇ ਆਪਣੇ ਚੈਲੰਜਸ ਆ, ਸਾਡੇ ਆਪਣੇ ਚੈਲੰਜਸ ਆ। ਜਿਹੜੀ ਤੁਸੀਂ ਗੱਲ ਕੀਤੀ ਹੈ, ਗੱਲ ਬਿਲਕੁਲ ਠੀਕ ਹੈਗੀ ਆ, ਪਰ ਇੱਕ ਇਨਬਿਲਟ ਸਿਸਟਮ ਹੈਗਾ। ਤੁਸੀਂ ਦੇਖੋ ਵਾਟ ਹੈਪਨ ਇਨ ਦਾ ਕਰਨਾਟਕਾ, ਕਿਸ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਇਸ ਰਾਜਨੀਤੀ ਨੂੰ ਜਿਹੜਾ ਉਹ ਲਾਂਭੇ ਕੀਤਾ। ਪੰਜਾਬ ਤੁਸੀਂ ਦੇਖਿਆ ਸੀ ਜਿਹੜੀਆਂ ਦੋ ਵੱਡੀਆਂ ਧਿਰਾਂ ਸੀਗੀਆਂ, ਕਿਸ ਤਰੀਕੇ ਦੇ ਨਾਲ ਵੱਡੀਆਂ ਧਿਰਾਂ ਨੂੰ ਲਾਂਭੇ ਛੱਡ ਕੇ ਇੱਕ ਨਵੀਂ ਧਿਰ ਜਿਹੜੀ ਆ ਉਹਦੇ ਵਿੱਚੋਂ ਲਿਆਂਦੀ ਗਈ ਆ। ਲੋਕੀ ਐਕਸਪੈਰੀਮੈਂਟ ਕਰਦੇ ਰਹਿੰਦੇ ਆ। ਇਸ ਕਰਕੇ ਜਿੰਨਾ ਇੱਥੇ ਸੈਂਟਰਲਾਈਜੇਸ਼ਨ ਹੋਊਗਾ ਉਹਨਾਂ ਉਹਦਾ ਰਿਐਕਸ਼ਨ ਵੀ ਹੋਊਗਾ। ਅਸੀਂ ਇੰਦਰਾ ਗਾਂਧੀ ਦੇ ਸਮੇਂ 'ਚ ਵੇਖਿਆ ਸੀਗਾ, ਅਸੀਂ ਹੁਣ ਨਰਿੰਦਰ ਮੋਦੀ ਦੇ ਸਮੇਂ 'ਚ ਵੀ ਦੇਖ ਰਹੇ ਹਾਂ। ਜੇ ਤੁਸੀਂ ਪਿਛਲੇ ਸਮੇਂ ਦਾ ਇਲੈਕਟੋਰਲ ਪ੍ਰੋਸੈਸ ਦੇਖੋ, ਇਹ ਠੀਕ ਆ ਕਿ ਆਪੋਜੀਸ਼ਨ ਬਹੁਤ ਡਿਵਾਈਡਡ ਹੈਗੀ ਆ, ਚੰਗੀ ਚੀਜ਼ ਹੈ ਡਿਵਾਈਡਡ, ਪਰ ਲੋਕ ਆਪਣੇ ਤੌਰ ਤੇ ਹੁਣ ਪੋਲੀਟੀਕਲ ਪਰਸਨ, ਕਿ ਹੁਣ ਇੱਕ ਆਰਡੀਨਰੀ ਪਰਸਨ ਤੋਂ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ ਕਿ ਇੱਕ ਇੰਡੀਵਿਜੂਅਲ ਜਿਹੜਾ ਪੋਲੀਟੀਕਲ ਆਟੋਨੋਮਸ ਵੀ ਹੋ ਰਿਹਾ, ਉਹ ਪੋਲੀਟੀਕਲ ਪਰਸਨ ਵੀ ਬਣ ਰਿਹਾ ਹੈ। ਸਾਡੀ ਉਹੀ ਵੱਡੀ ਸਟਰੈਂਥ ਵਾ। ਤਾਂ ਇਸ ਕਰਕੇ ਸਾਡੀ 3 ਟੀਅਰ ਜਿਹੜੀ ਹੈ ਇਲੈਕਟੋਰਲ ਪ੍ਰੋਸੈਸ ਹੈਗਾ ਵਾ, 5 ਸਾਲਾਂ 'ਚ 3 ਵਾਰੀ ਚੋਣਾਂ ਹੁੰਦੀਆਂ, ਲੋਕਾਂ ਨੂੰ ਆਪਸ਼ਨ ਮਿਲਦੀ ਆ। ਮੈਨੂੰ ਨਹੀਂ ਲੱਗਦਾ ਕਿ ਜਿਸ ਕਿਸਮ ਦਾ ਸਾਡਾ ਜੋਗ੍ਰਾਫੀਕਲ ਸਟਰਕਚਰ ਹੈ, ਡੈਮੋਗ੍ਰਾਫਿਕ ਸਟਰਕਚਰ ਹੈਗਾ, ਜਾਂ ਜਿਸ ਕਿਸਮ ਦਾ ਸਾਡੀ ਹਿਸਟੋਰੀਕਲ ਵੇਰੀਏਸ਼ਨਸ ਹੈਗੀ ਆ, ਕੋਈ ਵੀ ਸਰਕਾਰ ABCD ਜੇ ਉਹਦੇ ਵਿੱਚ ਉਸ ਕਿਸਮ ਦਾ ਜਿਹੜਾ ਹੈਗਾ ਸੈਂਟਰਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰੂਗੀ ਜਾਂ ਉਸ ਕਿਸਮ ਦਾ ਵਰਤਾਰਾ ਲਿਆਉਣ ਦੀ ਕੋਸ਼ਿਸ਼ ਕਰੂਗੀ ਤੇ ਲੋਕ ਉਹਨੂੰ ਐਕਸੈਪਟ ਕਰਨਗੇ, ਲੋਕੀ ਉਹਨਾਂ ਨੂੰ ਕੱਢ ਕੇ ਬਾਹਰ ਮਾਰ ਦੇਣਗੇ। ਹਾਂ, ਇਹ ਗੱਲ ਜ਼ਰੂਰ ਹੈਗੀ ਆ ਕਿ ਇਸ ਕੰਮ ਲਈ ਜਿਹੜੀਆਂ ਸਾਡੀਆਂ ਸੋਸ਼ਲ ਤੇ ਪੋਲੀਟੀਕਲ ਮੂਵਮੈਂਟਸ ਆ, ਕਿਸਾਨਾਂ ਦਾ ਬਹੁਤ ਵੱਡਾ ਰੋਲ ਆ। ਫਿਰ ਸਮਝੋ, ਔਰ ਕਿਉਂਕਿ ਕਿਸਾਨ ਇੱਕ ਸੈਕੂਲਰ ਕੈਟੇਗਰੀ, ਕਿਸਾਨੀ ਸੈਕੂਲਰ ਕੈਟੇਗਰੀ ਆ, ਕਿਸਾਨੀ ਅਕਰੋਸ ਦਾ ਰੀਜਨਸ ਹੈਗੀ ਆ। ਤਾਂ ਇਹਨੇ ਜਿਹੜਾ ਖਾਸ ਕਰਕੇ ਮੁੱਦੇ ਉਭਾਰੇ ਆ ਜਾਂ ਜਿਸ ਕਿਸਮ ਦੀ ਯੂਨਿਟੀ ਲਿਆਂਦੀ ਆ, ਔਰ ਅਲਟੀਮੇਟਲੀ ਉਹ ਵੌਇਸ ਬਣ ਰਿਹਾ। ਸਭ ਤੋਂ ਜਿਹੜਾ ਮਾਰਜਲਾਈਜ਼ਡ ਹੈ, ਸਭ ਤੋਂ ਜਿਹੜਾ ਡਿਪਰਾਈਵਡ ਕੈਟੇਗਰੀ ਆ, ਉਹ ਛੋਟੀ ਕਿਸਾਨੀ ਹੈ, ਲੈਂਡਲੈਸ ਲੇਬਰਸ ਹੈ। ਜਿਹੜੀ ਉਹਨਾਂ ਦੀ ਪੋਲੀਟੀਕਲ ਕੌਨਸ਼ੀਅਸਨੈਸ ਹੈਗੀ ਆ, ਉਹ ਇਸ ਕਿਸਮ ਦੀ ਜਿਹੜੀ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਸੈਂਟਰਲਾਈਜੇਸ਼ਨ, ਉਹਦੇ ਰਸਤੇ ਦੇ ਵਿੱਚ ਬਹੁਤ ਵੱਡਾ ਇੱਕ ਚੈਲੰਜ ਖੜਾ ਕਰਦੀ ਆ। ਉੱਥੇ ਨਾ ਧਰਮ ਕੰਮ ਕਰਦਾ ਹੈ, ਨਾ ਬੋਲੀ ਕੰਮ ਕਰਦੀ ਹੈ, ਨਾ ਜਾਤ ਕੰਮ ਕਰਦਾ ਹੈ, ਨਾ ਰੀਜਨ ਕੰਮ ਕਰਦਾ ਹੈ। ਇੱਕ ਯੂਨੀਫਾਈਂਗ ਫੋਰਸ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਹੋਰ ਸੋਸ਼ਲ ਤੇ ਪੋਲੀਟੀਕਲ ਮੂਵਮੈਂਟਸ ਹੋਣਗੀਆਂ ਜਾਂ ਸੋਸ਼ਲ ਤੇ ਪੋਲੀਟੀਕਲ ਗਰੁੱਪਸ ਹੋਣਗੇ, ਉਹ ਇਹੋ ਜਿਹੀ ਅਥਾਰਟੇਰੀਅਨ ਟੈਂਡੈਂਸੀ ਨੂੰ ਰੋਕਣ ਦੇ ਵਿੱਚ ਔਰ ਟੈਂਡੈਂਸੀ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਨਗੇ। ਬਿਲਕੁਲ ਜੀ। ਪਹਿਲਾਂ 75 ਇਅਰਸ ਦਾ ਜੋ ਸਾਡਾ ਇਤਿਹਾਸ ਹੈ ਭਾਰਤ ਦਾ, ਆਜ਼ਾਦੀ ਤੋਂ ਬਾਅਦ ਦਾ, ਪਹਿਲਾਂ ਸਾਰੇ ਮੁੱਦੇ ਪੋਲੀਟੀਕਲ ਜਿਹੜੇ ਤੁਸੀਂ ਚਾਰੋਂ ਦੱਸੇ ਨੇ, ਪਹਿਲਾਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ, ਬੋਲੀ ਦੇ ਨਾਂ ਦੇ ਉੱਤੇ ਰਾਜਨੀਤੀ, ਜ਼ਾਤ ਦੇ ਨਾਂ ਦੇ ਉੱਤੇ ਰਾਜਨੀਤੀ, ਇਲਾਕੇ ਦੇ ਨਾਂ ਦੇ ਉੱਤੇ ਰਾਜਨੀਤੀ, ਇਹ ਪਹਿਲਾ ਫੇਜ਼ ਜਿਹੜਾ ਰਿਹਾ ਹੈ। ਉਸ ਤੋਂ ਅੱਗੇ ਅਸੀਂ ਆਉਂਦੇ ਹਾਂ ਸੋਸ਼ਲ ਫੈਬਰਿਕ ਦੇ ਉੱਤੇ ਆ ਜਾਂਦੇ ਹਾਂ, ਜਿਹਦੇ 'ਚ ਸਿਹਤ ਸੁਵਿਧਾਵਾਂ, ਐਜੂਕੇਸ਼ਨ, ਸਾਡੀ ਕੁਆਲਿਟੀ ਆਫ ਲਾਈਫ ਕੀ ਹੈ, ਉਹਦੇ ਉੱਤੇ ਰਾਜਨੀਤੀ। ਹੁਣ ਆਰਥਚਾਰੇ ਦੇ ਉੱਤੇ ਸਾਡੀ ਆਰਥਿਕ ਵਿਵਸਥਾ ਕੀ ਹੈ ਔਰ ਸਾਰੇ ਸਿਟੀਜ਼ਨਸ ਦੀ ਆਰਥਿਕ ਹਾਲਤ ਕੀ ਹੈ, ਹੁਣ ਆਰਥਿਕ ਮੁੱਦਿਆਂ ਦੇ ਉੱਤੇ ਰਾਜਨੀਤੀ। ਸੋ ਇਹ ਸਾਰਾ ਕੰਬੀਨੇਸ਼ਨ ਬਣਦਾ ਹੈ। ਇਸ ਵਕਤ ਜੋ ਇਹ ਮੁੱਦਾ ਹੈ, ਮੈਂ ਆਖਰੀ ਸਵਾਲ ਲੈ ਰਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਿੱਲ ਕੀ ਇਹਦਾ ਰੂਪ ਰੇਖਾ ਬਣੇਗੀ, ਕੀ ਇਹਦੀ ਹਾਲਤ ਬਣੇਗੀ, ਇਹ ਪਾਸ ਹੋਏਗਾ ਕਿ ਨਹੀਂ ਹੋਏਗਾ, ਇਹ ਲਾਗੂ ਹੋਏਗਾ ਕਿ ਨਹੀਂ ਹੋਏਗਾ, ਕੀ ਫਿਊਚਰ ਦੇਖਦੇ ਹੋ ਤੁਸੀਂ? ਜੇ ਤੁਸੀਂ ਕੁਝ ਦੱਸ ਸਕਦੇ ਹੋ, ਪ੍ਰੈਡਿਕਟ ਕਰ ਸਕਦੇ ਹੋ ਕੁਝ, ਸੇਖੋ ਸਾਹਿਬ। ਪਹਿਲੀ ਗੱਲ ਤਾਂ ਇਹਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸੀ, ਜਿਹੜੇ ਆਪਣੇ ਆਪ ਨੂੰ ਡਿਸਟਿੰਕਟ ਸਮਝਦੇ ਸੀਗੇ ਜੀ, ਬਾਕੀ ਸਾਰੇ ਭ੍ਰਿਸ਼ਟ ਆ, ਬਾਕੀ ਸਾਰੇ ਬੇਈਮਾਨ ਆ, ਅਸੀਂ ਕੱਟੜ ਇਮਾਨਦਾਰ ਆ, ਸਾਨੂੰ ਕਿਸੇ ਦੀ ਲੋੜ ਨਹੀਂ ਹੈ, ਅਸੀਂ ਆਪਣੇ ਆਪ ਤੁਰਾਂਗੇ, ਉਹਨਾਂ ਨੂੰ ਅਹਿਸਾਸ ਕਰਾਇਆ ਜੀ। ਤੇ ਇਦਾਂ ਦੀ ਜਿਹੜੀ ਹੁੰਦੀ ਸ਼ਾਰਟਕਟ ਰਾਜਨੀਤੀ, ਉਹ ਨਹੀਂ ਚੱਲਦੀ। ਤੁਹਾਨੂੰ ਇੱਥੇ ਹਰ ਵਿਅਕਤੀ ਦਾ ਸਾਥ ਲੈਣ ਦੀ ਲੋੜ ਪੈਣੀ ਆ। ਐਗਜ਼ੈਕਟ। ਔਰ ਤੁਹਾਨੂੰ ਜਿਹੜਾ ਹੈਗਾ ਵਾ, ਇਹ ਨਹੀਂ ਹੈਗਾ ਕਿ ਕਿਸੇ ਨੂੰ ਡਿਸਰਿਸਪੈਕਟ ਕਰਕੇ ਤੁਸੀਂ ਜਿਹੜਾ ਹੈਗਾ ਵਾ ਉੱਪਰ ਆ ਜਾਓਗੇ। ਇਹ ਗੱਲ ਬਿਲਕੁਲ ਠੀਕ ਆ ਕਿ ਆਮ ਆਦਮੀ ਪਾਰਟੀ ਦਾ ਘੱਟੋ ਘੱਟ ਮੈਂ ਫਾਰ ਨੀਅਰ ਫਿਊਚਰ ਦੇਖਦਾ ਕਿ ਪੰਜਾਬ ਤੋਂ ਵੱਧ ਕਿਸੇ ਹੋਰ ਸਟੇਟ ਦੇ ਵਿੱਚ ਕੋਈ ਬਹੁਤ ਵੱਡਾ ਫਿਊਚਰ ਨਹੀਂ ਹੈ। ਕਰਨਾਟਕਾ ਦੇ ਵਿੱਚ ਉਹਨੂੰ 0.58% ਵੋਟ ਮਿਲੀ ਆ, ਜਿਹੜੀ ਨੋਟਾਂ ਤੋਂ ਘੱਟ ਹੈਗੀ ਆ। 208 ਬੰਦਿਆਂ ਜਿਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਵਾ।
ਉਹ ਇਸ ਕਰਕੇ ਇਹ ਘੱਟੋ ਘੱਟ ਇਹ ਗੱਲ ਨਵੀਂ ਬਹਿਸ ਸ਼ੁਰੂ ਹੋਈ ਕਿ ਜਿਹੜੀ ਸੈਂਟਰਲਾਈਜੇਸ਼ਨ ਹੈਗੀ ਆ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋਣਾ ਚਾਹੀਦਾ। ਐਗਜ਼ੈਕਟਲੀ। ਖਾਸ ਕਰਕੇ ਜਿਹੜੀ ਯੂਨਿਟੀ ਆਫ ਆਪੋਜੀਸ਼ਨ ਦੀ ਹੁਣ ਜਿਹੜੀ ਯੂਨਿਟੀ ਆਫ ਆਪੋਜੀਸ਼ਨ ਹੋਊਗੀ ਉਹ ਪ੍ਰਿੰਸੀਪਲ ਤੇ ਹੋਊਗੀ, ਉਹ ਏਜੰਡੇ ਤੇ ਹੋਊਗਾ। ਔਰ ਇਹਦੇ ਨਾਲ ਕੀ ਹੋਊਗਾ ਕਿ ਘੱਟੋ ਘੱਟ ਜਿਹੜੀ ਰੈਜ਼ਿਸਟੈਂਸ ਹੈਗੀ ਆ, ਜਿਹੜੀ ਸੈਂਟਰ ਦੀ ਰੂਲਿੰਗ ਪਾਰਟੀ ਆ, ਉਹਨੂੰ ਇੱਕ ਫੇਸ ਦੇ ਜਾਂ ਅਦਰ ਫੇਸ 'ਚ ਮਿਲੂਗਾ। ਮੈਨੂੰ ਨਹੀਂ ਪਤਾ ਕਿ ਸੁਪਰੀਮ ਕੋਰਟ ਇਹਦੇ ਬਾਰੇ ਕੀ ਫੈਸਲਾ ਕਰਦੀ ਆ, ਇਹ ਬਿੱਲ ਪਾਸ ਹੁੰਦਾ ਕਿ ਨਹੀਂ ਹੁੰਦਾ। ਬੀਜੇਪੀ ਅਖੀਰਲੀ ਹੱਦ ਤੱਕ ਜਾਊਗੀ ਜਿਹਨੂੰ ਇਹ ਵੀ ਲੱਗਾ ਕਿ ਜੇ ਉਹ ਰਾਜ ਸਭਾ 'ਚੋਂ ਹਾਰਦੇ ਆ ਤੇ ਉਹ ਉਹਨਾਂ ਨੂੰ ਇੱਕ ਪ੍ਰੋਵੀਜ਼ਨ ਹੈਗੀ ਆ ਕਿ ਦੋਵਾਂ ਹਾਊਸਿਸ ਦਾ ਇੱਕ ਜੁਆਇੰਟ ਸੈਸ਼ਨ ਬੁਲਾ ਸਕਦੇ ਆ। ਪਰ ਉਹ ਅੱਤ ਹੋ ਜਾਊਗੀ, ਉਹ ਅਖੀਰ ਹੋ ਜਾਊਗੀ। ਜੇ ਬੀਜੇਪੀ ਇਸ ਲੈਵਲ ਤੇ ਜਾਂਦੀ ਆ ਇਹਦਾ ਮਤਲਬ ਸਮਝ ਲਓ ਵੀ ਬੀਜੇਪੀ ਦਾ ਵੀ ਜਿਹੜਾ ਡਿਕਲਾਈਨ ਵਾਲਾ ਪਾਸਾ ਹੈਗਾ, ਜਾਂ ਬੀਜੇਪੀ ਦਾ ਵੀ ਜਿਹੜਾ ਆਪਣੇ ਆਪ ਤੇ ਜਿਹੜਾ ਖਾਸ ਕਰਕੇ ਜਿਹੜਾ ਕੌਨਫੀਡੈਂਸ ਹੋਣਾ ਚਾਹੀਦਾ ਉਹ ਨਹੀਂ ਹੈਗਾ। ਉਹ ਇੱਕ ਆਪਣੀ ਜਿਹੜੀ ਹੁੰਦੀ ਨੇ ਇੱਕ ਵਿਅਕਤੀ ਵਾਸਤੇ ਜਾਂ ਇੱਕ ਏਜੰਡੇ ਵਾਸਤੇ ਜਿਹੜਾ ਇੱਥੋਂ ਤੱਕ ਜਾ ਸਕਦੀ ਹੈ ਜਿੱਥੇ ਉਹਨੂੰ ਸੰਵਿਧਾਨ ਦੀ ਮਰਿਆਦਾ ਕੋਈ ਨਹੀਂ ਹੈ, ਸੁਪਰੀਮ ਕੋਰਟ ਦੇ ਫੈਸਲੇ ਦੀ ਰਿਸਪੈਕਟ ਕੋਈ ਨਹੀਂ ਹੈ। ਇਹ ਗੱਲ ਮੈਂ ਕਹਿ ਸਕਦਾ ਜ਼ਿੰਮੇਵਾਰੀ ਨਾਲ ਕਿ ਉਹਨਾਂ ਦੇ ਇਹ ਵਰਤਾਰੇ ਦੇ ਨਾਲ ਜਿਹੜੇ ਆਮ ਲੋਕ ਉਹਨਾਂ ਦੇ ਵੀ ਵੋਟਰ ਸੀਗੇ, ਉਹਨਾਂ ਦੇ ਮਨ ਦੇ ਵਿੱਚ ਵੀ ਤੌਖਲੇ ਪੈਦਾ ਹੋਏ। ਸੋ ਕੁੱਲ ਮਿਲਾ ਕੇ ਇਹ ਜਿਹੜਾ ਨੁਕਸਾਨ ਹੋਇਆ ਬੀਜੇਪੀ ਦਾ ਹੈਗਾ ਵਾ। ਇਹ ਸਮਾਂ ਦੱਸੂਗਾ ਕਿ ਇਹ ਆਉਣ ਵਾਲੇ ਸਮੇਂ ਯੂਨਿਟੀ ਕਿੱਦਾਂ ਹੁੰਦੀ ਆ। ਔਰ ਇਹਦੇ ਨਾਲ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦਾ ਕਿ ਜਿਹੜੇ ਇਹ ਆਮ ਆਦਮੀ ਪਾਰਟੀ ਵਾਲੇ ਵੱਡੇ ਲੀਡਰ ਸੀ ਜਿਹੜੇ ਕਿ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਤੇ ਜਿਹੜੇ ਇਹਨੂੰ ਲੱਗਦਾ ਵੀ ਸਾਨੂੰ ਕਿਸੇ ਦੀ ਲੋੜ ਨਹੀਂ ਹੈ, ਅਸੀਂ ਆਪਣੇ ਆਪ ਅੱਗੇ ਤੁਰਾਂਗੇ, ਉਹਨਾਂ ਨੂੰ ਇੱਕ ਦੋ ਸਟੈਪ ਪਿੱਛੇ ਆ ਕੇ ਸਾਰਿਆਂ ਨੂੰ ਮਦਦ ਲੈਣ ਲਈ ਜਾਂ ਸਾਰਿਆਂ ਦੇ ਦਰ ਤੇ ਜਾਣ ਲਈ ਮਜਬੂਰ ਕੀਤਾ। ਮੈਨੂੰ ਲੱਗਦਾ ਕਿ ਇਹ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਆ, ਜਾਂ ਇਹ ਜਿਹੜੀ ਖਾਸ ਕਰਕੇ ਚੰਗਾ ਕਦਮ ਹੈਗਾ ਕਿ ਤੁਸੀਂ ਉਹਨਾਂ ਦੀ ਮਦਦ ਕਰੋ, ਉਹ ਤੁਹਾਡੀ ਮਦਦ ਕਰੋ, ਵਨ ਫਾਰ ਆਲ ਹੋਵੇ, ਆਲ ਫਾਰ ਵਨ ਹੋਵੇ, ਤਾਂ ਕਿ ਜਿੱਥੇ ਵੀ ਕੋਈ ਵੀ ਤਾਕਤ ਕੇਂਦਰ ਦੇ ਵਿੱਚ ਇਸ ਕਿਸਮ ਦਾ ਕਿਸੇ ਯੂਨੀਅਨ ਟੈਰੀਟਰੀ ਦੀ ਜਾਂ ਸਟੇਟ ਦੇ ਜਿਹੜੇ ਕੰਮਾਂ 'ਚ ਜ਼ਿਆਦਾ ਦਖਲ ਦਿੰਦੀ ਆ ਤੇ ਸਾਰੇ ਇਕੱਠਾ ਹੋ ਕੇ ਉਹਦਾ ਮੂੰਹ ਤੋੜਵਾ ਜਵਾਬ ਦੇ ਸਕਣ। ਅਲਟੀਮੇਟਲੀ ਮੈਨੂੰ ਲੱਗਦਾ ਕਿ ਵਿਕਟਰੀ ਜਿਹੜੀ ਹੈਗੀ ਆ, ਜਿਹੜੀ ਖਾਸ ਕਰਕੇ ਜਿਹੜੀ ਰਜਿਸਟੈਂਸ ਹੈਗੀ ਆ, ਚਾਹੇ ਪੋਲੀਟੀਕਲ ਰਜਿਸਟੈਂਸ ਹੈਗੀ ਆ, ਚਾਹੇ ਲੀਗਲ ਰਜਿਸਟੈਂਸ ਹੈਗੀ ਆ, ਚਾਹੇ ਸੁਪਰੀਮ ਕੋਰਟ ਦੀ ਇੰਟਰਪ੍ਰੀਟੇਸ਼ਨ ਆ, ਉਹ ਦੀ ਹੀ ਹੋਊਗੀ। ਔਰ ਬੀਜੇਪੀ ਨੂੰ ਬੈਕ ਟਰੈਕ ਕਰਨਾ ਪਊਗਾ। ਹੁਣ ਨਹੀਂ ਕਰਨਾ ਪਊਗਾ ਤੇ ਫਿਰ ਬਾਅਦ 'ਚ ਕਰਨਾ ਪੈ ਸਕਦਾ ਜੀ। ਔਰ ਕੇਜਰੀਵਾਲ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ ਕਿ ਸਾਰੀਆਂ ਜੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਨੇ, ਜੇ ਇਕੱਠੀਆਂ ਹੋ ਜਾਣ ਔਰ ਇਸ ਬਿੱਲ ਨੂੰ ਪਾਸ ਨਾ ਹੋਣ ਦਈਏ ਤਾਂ ਸੰਨ 2024 ਦੀਆਂ ਜਿਹੜੀਆਂ 2 ਲੋਕ ਸਭਾ ਇਲੈਕਸ਼ਨਸ ਹੋਣ ਜਾ ਰਹੀਆਂ ਨੇ, ਉਹਨਾਂ ਵਾਸਤੇ ਅਸੀਂ ਇੱਕ ਤਗੜਾ ਚੈਲੰਜ ਦੇ ਸਕਦੇ ਹਾਂ, ਤਗੜੀ ਚੁਣੌਤੀ ਦੇ ਸਕਦੇ ਹਾਂ ਬੀਜੇਪੀ ਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੇਖੋ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਸਰ। ਸ਼ੁਕਰੀਆ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।